ਹਰਕਿਰਤ ਸਿੰਘ ਬੱਲ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਮॉर्निंग संगत वेख रहे सारी संगत का तह दिलों स्वागत करते हैं। उम्मीद करते हैं सारे चढ़ती कला च होवोगे। अकाल पुरख वाहिगुरू की कृपा सदका जिमें ਜਿਹੜੇ ਕੱਲ ਸਾਡੇ ਕੁਝ ਮੁੱਦੇ ਰਹਿ ਗਏ ਸੀ, ਵਿਚਾਰ ਮੁਲਾਂਕਣ ਪੜਚੋਲ ਜਿਹੜੀ ਅਸੀਂ ਕਰ ਰਹੇ ਸੀ, ਜਿਹੜਾ ਵੀ ਵਰਤਾਰੇ ਪਿਛਲੇ ਦਿਨੀ ਸਾਰਿਆਂ ਨੂੰ ਪਤਾ ਹੋਏ ਨੇ, ਉਹਨਾਂ ਪਰ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਜਿਹੜੇ ਸਾਡੇ ਕਾਲਰ ਸੀ, ਜਿਹੜੇ ਸਾਡੇ ਨਾਲ ਦਰਸ਼ਕ ਜੁੜਦੇ ਨੇ, ਉਹ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਆਪਣੇ ਆਪਣੇ ਵਿਚਾਰ ਦੱਸ ਰਹੇ ਸੀ। ਮੈਂ ਗਰਾਊਂਡ ਲੈਵਲ ਤੋਂ ਜਿਹੜੀ ਉੱਥੇ ਕੱਲ੍ਹ ਰਿਪੋਰਟਿੰਗ ਕੀਤੀ ਸੀ ਪਿਛਲੇ ਦਿਨੀ, ਕੱਲ੍ਹ ਤੁਹਾਨੂੰ ਉਹਦਾ ਜਿਹੜਾ ਵੇਰਵਾ ਸੀ ਉਹ ਦੱਸ ਰਿਹਾ ਸੀ। ਤੁਹਾਡੇ ਵੀ ਵਿਚਾਰ ਆ ਰਹੇ ਸੀ। ਸ਼ਲਾਘਾਯੋਗ ਹੁੰਦੇ ਨੇ ਤੁਹਾਡੇ ਵੀ ਵਿਚਾਰ, ਕਿਉਂਕਿ ਨਾਨਕ ਜਬ ਲਗ ਦੁਨੀਆ ਰਹੀ ਹੈ, ਕੁਛ ਸੁਣੀ ਔਰ ਕੁਛ ਕਹੀਏ। ਹਰ ਇੱਕ ਨੂੰ ਅਧਿਕਾਰ ਹੁੰਦਾ ਆਪਣੇ ਜਿਹੜੇ ਵਿਚਾਰ ਹੈ, ਕਿਉਂਕਿ ਵਿਚਾਰਾਂ ਦੇ ਵਿੱਚੋਂ ਹੀ ਨਵੇਂ ਵਿਚਾਰਾਂ ਦੀ ਜਿਹੜੀ ਉਤਪਤੀ ਹੁੰਦੀ ਹੈ। ਜਿਵੇਂ ਕਿ ਕਿਤਾਬਾਂ ਦੇ ਵਿੱਚੋਂ ਕਿਤਾਬਾਂ ਜਨਮ ਲੈਂਦੀਆਂ ਨੇ, ਐਵੇਂ ਹੀ ਵਿਚਾਰਾਂ ਦੇ ਵਿੱਚੋਂ ਜਿਹੜੀ ਵਿਚਾਰਾਂ ਦੀ ਉਤਪਤੀ ਹੁੰਦੀ ਹੈ। ਵਿਚਾਰ ਪੂਰੇ ਸੰਜਮ ਸਹਿਜ ਵਿੱਚ ਜਿਹੜੇ ਆ ਉਹ ਹੋਣੇ ਚਾਹੀਦੇ ਨੇ। ਅਸੀਂ ਜਿਹੜਾ ਕਿਸਾਨ ਅੰਦੋਲਨ ਹੈ, ਇਹਦੇ ਅੰਗ ਸੰਗ ਰਹਿ ਕੇ ਜਿਹੜੀ ਪੜਚੋਲ ਆ, ਜਿਹੜੇ ਉੱਥੇ ਵਰਤਾਰੇ ਵਰਤ ਰਹੇ ਨੇ ਬਾਰਡਰਾਂ 'ਤੇ, ਉਹਨਾਂ 'ਤੇ ਵੀ ਗੱਲ ਕਰਾਂਗੇ। ਗਰਾਊਂਡ ਲੈਵਲ ਦੀ ਤੁਹਾਨੂੰ ਜਿਹੜੀ ਅਸਲੀਅਤ ਆ ਉਹਦੇ ਤੋਂ ਵੀ ਜਾਣੂ ਕਰਵਾਵਾਂਗੇ। ਅਤੇ ਜਿਹੜੇ ਕੁਛ ਅੱਜ ਦੇ ਤੁਹਾਨੂੰ ਪਤਾ ਹੀ ਹੈ ਕਿ ਕੁਝ ਮੁੱਦੇ ਹੁੰਦੇ ਨੇ, ਕਈ ਵਾਰ ਡੀਪਲੀ ਜਾਇਆ ਜਾਂਦਾ ਉਹਨਾਂ ਪਰ, ਕਈ ਵਾਰ ਨਹੀਂ ਵੀ ਜਾਇਆ ਜਾਂਦਾ, ਕਿਉਂਕਿ ਸਮੇਂ ਦੀ ਅਣਹੋਂਦ ਹੁੰਦੀ ਹੈ। ਕਈ ਵਾਰ ਵਿਚਾਰ ਹੋਰ ਪਾਸੇ ਚਲੇ ਜਾਂਦੇ ਨੇ। ਮੁੱਖ ਵਿਸ਼ੇ ਜਿਹੜੇ ਸਾਡੇ ਗੱਲਬਾਤ ਕਰਨ ਦੇ ਉਹ ਨੇ ਕਿਸਾਨ ਨੇਤਾਵਾਂ ਖਿਲਾਫ ਲੁੱਕ ਆਊਟ ਨੋਟਿਸ ਸਰਾਸਰ ਗਲਤ, ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ। ਬਜਟ ਇਜਲਾਸ 'ਤੇ ਰਾਸ਼ਟਰਪਤੀ ਦੇ ਭਾਸ਼ਣ ਦਾ ਵਿਰੋਧ ਕਰਨਗੀਆਂ ਕਾਂਗਰਸ ਸਣੇ 16 ਪਾਰਟੀਆਂ। ਲਾਲ ਕਿਲ੍ਹਾ ਹਿੰਸਾ ਲਈ ਕਿਸਾਨ ਜ਼ਿੰਮੇਵਾਰ ਨਹੀਂ, ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ। ਗਾਜੀਪੁਰ ਬਾਰਡਰ 'ਤੇ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਬੁਲੰਦ ਨੇ। ਗਾਜੀਪੁਰ ਬਾਰਡਰ 'ਤੇ ਕਿਸਾਨ ਚੜ੍ਹਦੀ ਕਲਾ 'ਚ ਨੇ। ਦਿੱਲੀ ਹਿੰਸਾ ਦਾ ਦੋਸ਼ ਮੜ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਰਾਹ ਪਈ ਸਰਕਾਰ, ਇਹ ਕਹਿਣਾ ਹੈ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦੇ ਕਿਸਾਨਾਂ ਦਾ। ਇਹ ਜਿਹੜੇ ਸਾਡੇ ਅੱਜ ਦੇ ਮੁੱਖ ਵਿਸ਼ੇ ਨੇ, ਇਹਨਾਂ ਪਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਗਾਜੀਪੁਰ ਦੀ ਵੀ ਗੱਲ ਕਰਾਂਗੇ। ਗਾਜੀਪੁਰ ਦੇ ਸੰਬੰਧ ਵਿੱਚ ਕੱਲ੍ਹ ਸਵਾਲ ਵੀ ਆਏ ਸੀ, ਕਿਉਂਕਿ ਉੱਥੇ ਦਾ ਜਿਹੜਾ ਘਟਨਾਕ੍ਰਮ ਵਾਪਰਿਆ ਉਹਦੀ ਚੰਗੀ ਤਰ੍ਹਾਂ ਪੁਸ਼ਟੀ ਨਹੀਂ ਸੀ ਹੋਈ, ਪਰ ਹੁਣ ਜਿਹੜੀਆਂ ਖਬਰਾਂ ਸਾਡੇ ਤੱਕ ਆ ਰਹੀਆਂ ਉਹਨਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉਹਦੇ ਸੰਬੰਧ ਵਿੱਚ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕੱਲ੍ਹ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਨੈਤਿਕਤਾ ਤੋਂ ਭੱਜ ਕੇ ਜਿਹੜਾ ਮੀਡੀਆ ਉਹ ਸਿਰਫ ਇੱਕ ਹੀ ਜਿਹੜਾ ਪੱਖ ਉਹਨੂੰ ਦਿਖਾ ਰਿਹਾ ਹੈ। ਪਤਾ ਨਹੀਂ ਕਿਉਂ ਮਨੁੱਖੀ ਪ੍ਰਵਿਰਤੀ ਅਜਿਹੀ ਹੁੰਦੀ ਜਾ ਰਹੀ ਹੈ ਕਿ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਵੱਲ ਜਾਣ ਤੋਂ ਮੁੱਖ ਮੋੜਿਆ ਕਿਉਂ ਜਾਂਦਾ। ਜਿਵੇਂ ਮੈਂ ਤੁਹਾਨੂੰ ਕੁਝ ਤਸਵੀਰਾਂ ਵਿਖਾਉਂਦਾ, ਸਮੇਂ ਦੀ ਅਣਹੋਂਦ ਕਰਕੇ ਮੈਂ ਵੀਡੀਓਸ ਵੀ ਨਹੀਂ ਦਿਖਾ ਸਕਦਾ। ਮੈਂ ਤੁਹਾਨੂੰ ਦਿਖਾ ਰਿਹਾ ਕੁਝ ਤਸਵੀਰਾਂ, ਤੁਸੀਂ ਇਹ ਤਸਵੀਰਾਂ ਵੇਖੋ। ਇਹ ਵੀ ਇੱਕ ਉਸ ਹੀ ਟਰੈਕਟਰ ਪਰੇਡ ਦਾ ਅੰਦੋਲਨ ਦਾ ਹੀ ਇੱਕ ਹਿੱਸਾ ਨੇ, ਜਿਹਦੇ ਵਿੱਚ ਵੇਖੋ ਕਿੰਨਾ ਅਨੁਸ਼ਾਸਨ ਹੈ ਜਿਹੜਾ ਕਾਇਮ ਕੀਤਾ ਗਿਆ, ਕਿਵੇਂ ਤਰੀਕੇਬੱਧ ਜਿਹੜੀ ਯੋਜਨਾਬੱਧ ਤਰੀਕੇ ਦੇ ਨਾਲ ਉਹਨੂੰ ਅਨੁਸ਼ਾਸਨ ਨੂੰ ਕਾਇਮ ਰੱਖਦੇ ਆ। ਇਹ ਜਿਹੜੀ ਪਰੇਡ ਹੈ ਇਹ ਵੀ ਸੰਪੂਰਨ ਹੋਈ ਹੈ ਸ਼ਾਂਤਮਈ ਢੰਗ ਦੇ ਨਾਲ। ਇਹਦੇ ਵਿੱਚ ਝਾਕੀਆਂ ਕੱਢੀਆਂ ਗਈਆਂ ਵੱਖ-ਵੱਖ, ਇਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਅਨੇਕਾਂ ਹੀ ਜਿਹੜੇ ਹੋਰ ਸਾਡੇ ਆਗੂ ਰਹੇ ਨੇ ਇਤਿਹਾਸ ਦੇ ਵਿੱਚ, ਜਿਹੜੇ ਸਾਡੇ ਯੋਧੇ ਰਹੇ ਨੇ, ਉਹਨਾਂ ਨੂੰ ਪ੍ਰਤੀਕ ਦੇ ਰੂਪ ਦੇ ਵਿੱਚ ਵਿਖਾਇਆ ਗਿਆ। ਉੱਥੇ ਜਿਹੜੇ ਕਿਸਾਨਾਂ ਦੀ ਹਾਲਤ ਹੈ, ਅਨੇਕਾਂ ਹੀ ਝਾਕੀਆਂ ਜਿਹੜੀਆਂ ਉਹ ਨਿਕਲੀਆਂ, ਪਰ ਨੈਤਿਕਤਾ ਤੋਂ ਭੱਜਦੇ ਹੋਏ ਇਹਨਾਂ ਨੂੰ ਕਵਰ ਨਹੀਂ ਚੰਗੀ ਤਰ੍ਹਾਂ ਮੀਡੀਆ ਕਰ ਸਕਿਆ, ਕਿਉਂਕਿ ਪ੍ਰਵਿਰਤੀ ਅੱਜ ਕੱਲ੍ਹ ਅਜਿਹੀ ਬਣਦੀ ਜਾ ਰਹੀ ਹੈ ਕਿ ਚੰਗੀਆਂ ਚੀਜ਼ਾਂ ਨਾਲੋਂ ਜਿਹੜਾ ਕੁਝ ਮਾੜਾ ਵਾਪਰਦਾ ਉਹਦੇ ਪਰ ਹੀ ਜ਼ਿਆਦਾ ਇਰਦ ਗਿਰਦ ਧਿਆਨ ਦਿੱਤਾ ਜਾਂਦਾ। ਮਨੁੱਖੀ ਪ੍ਰਵਿਰਤੀ ਦੇ ਵਿੱਚ ਜਿਹੜੀ ਇਹ ਪਰਿਵਰਤਨਤਾ ਆਈ ਹੈ, ਇਹ ਕੋਈ ਚੰਗੇ ਸੰਕੇਤ ਨਹੀਂ ਹੈਗੇ, ਕਿਉਂਕਿ ਸਾਨੂੰ ਚਾਹੀਦਾ ਕਿ ਮਾੜੇ ਪੱਖਾਂ ਦੇ ਨਾਲ ਜਿਹੜੇ ਚੰਗੇ ਪੱਖ ਹੈ ਉਹ ਵੀ ਵਿਖਾਉਣੇ ਚਾਹੀਦੇ ਨੇ। ਗਾਜੀਪੁਰ ਦੀ ਸਥਿਤੀ ਮੈਂ ਕਲੀਅਰ ਕਰ ਦਿੰਦਾ। ਗਾਜੀਪੁਰ ਜਿਵੇਂ ਕਿ ਰਾਕੇਸ਼ ਟਕੈਤ ਹੈ, ਜਿਹੜੇ ਉੱਥੇ ਦੇ ਮੁੱਖ ਨੇਤਾ ਨੇ ਕਿਸਾਨਾਂ ਦੇ, ਆਪਣੀ ਬਾਖੂਬੀ ਅੰਦੋਲਨ ਦੇ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਨੇ। ਉਹਨਾਂ ਦੇ ਸੰਬੰਧ ਦੇ ਵਿੱਚ ਉੱਥੇ ਪਹਿਲਾਂ ਜਿਹੜਾ ਵੀ ਵਰਤਾਰਾ ਵਾਪਰਿਆ, ਸਾਰੇ ਹੀ ਕਿਸਾਨ ਜਿਹੜੇ ਆਗੂ ਆ ਉਹਨਾਂ ਨੂੰ ਨੋਟਿਸ ਜਾਰੀ ਹੋਏ ਨੇ। ਰਾਕੇਸ਼ ਟਕੈਤ ਜੀ ਨੂੰ ਵੀ ਨੋਟਿਸ ਜਾਰੀ ਹੋਇਆ ਸੀ, ਉਹਦੇ ਵਿੱਚ ਹਵਾਲਾ ਦਿੱਤਾ ਗਿਆ ਸੀ। ਜਿਹੜਾ ਨੋਟਿਸ ਜਾਰੀ ਹੋਇਆ ਸੀ ਉੱਥੇ ਦੇ ਪ੍ਰਸ਼ਾਸਨ ਵੱਲੋਂ, ਉਹਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਸੀ ਵੀ ਤੁਹਾਡੇ ਅੰਦੋਲਨ ਦੇ ਕਰਕੇ ਜਿਹੜਾ ਇੱਥੇ ਵਾਤਾਵਰਨ ਉਹ ਖਰਾਬ ਹੋ ਰਿਹਾ ਹੈ।
ਜਿਹੜੇ ਇੱਥੋਂ ਰਸਤੇ ਦੇ ਵਿੱਚ ਆਉਣ ਜਾਣ ਦੀ ਜਿਹੜੀ ਸੁਵਿਧਾ ਲੋਕਾਂ ਦੀ ਉਹਦੇ ਵਿੱਚ ਪਰੇਸ਼ਾਨੀ ਆ ਰਹੀ ਆ। ਅਜਿਹੇ ਜਿਹੜੇ ਕਿਉਂਕਿ ਪਿਛਲੇ 60 ਦਿਨਾਂ ਤੋਂ ਇਹ ਅੰਦੋਲਨ ਗਾਜ਼ੀਪੁਰ ਬਾਰਡਰ ਤੋਂ ਵੀ ਬਰਕਰਾਰ ਚੱਲ ਰਿਹਾ। ਪਿਛਲੇ ਦਿਨੀ ਅਜਿਹੀਆਂ ਕੁਝ ਵੀ ਖਬਰਾਂ ਨਹੀਂ ਆਈਆਂ। ਇਹ ਵੀ ਨੋਟਿਸ ਵਿੱਚ ਲਿਖਿਆ ਗਿਆ ਸੀ ਕਿ ਜਿਹੜਾ ਤੁਸੀਂ ਲੰਗਰ ਪਕਾਉਂਦੇ ਹੋ ਉਹਦਾ ਜਿਹੜਾ ਧੂੰਆਂ ਹੈ ਉਹਦੇ ਨਾਲ ਵੀ ਵਾਤਾਵਰਨ ਹੈ ਜਿਹੜਾ ਉਹ ਖਰਾਬ ਹੋ ਰਿਹਾ। ਇਹ ਜਿਹੜੇ ਵਿਸ਼ੇ ਸੀ ਗੱਲਬਾਤ ਦੇ ਉਹਨਾਂ ਨੇ ਲਿਖੇ ਆਪਣੀ ਜਿਹੜਾ ਨੋਟਿਸ ਆ ਉਹਨਾਂ ਵਿੱਚ। ਅਤੇ ਪਹਿਲਾਂ ਤਾਂ ਉੱਥੇ ਮਾਹੌਲ ਅਜਿਹਾ ਹੋ ਗਿਆ ਸੀ ਕਿਉਂਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹਦੇ ਵਿੱਚ ਭਾਵੇਂ ਉਹ ਬਿਜਲੀ ਦੀ ਹੋਵੇ ਜਾਂ ਵਾਸ਼ਰੂਮ ਦੀ, ਉਹ ਜਿਹੜੀਆਂ ਮੁੱਢਲੀਆਂ ਸਹੂਲਤਾਂ ਤੀਆਂ ਉਹਨਾਂ ਦੇ ਵਿੱਚ ਬਿਜਲੀ ਕੱਟ ਦਿੱਤੀ ਗਈ ਸੀ। ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਪ੍ਰਸ਼ਾਸਨ ਵੱਲੋਂ ਉਸ ਅੰਦੋਲਨ ਨੂੰ ਜਿਹੜਾ ਗਾਜ਼ੀਪੁਰ ਚੱਲ ਰਿਹਾ ਸੀ। ਰਾਕੇਸ਼ ਟਕੈਤ ਦੇ ਜਿਹੜੇ ਭਾਈ ਨੇ ਉਹਨਾਂ ਵੱਲੋਂ ਵੀ ਇਹ ਮੀਡੀਆ ਦੇ ਰੂਬਰੂ ਹੁੰਦੇ ਕਿਹਾ ਗਿਆ ਸੀ ਕਿ ਸਰਕਾਰ ਆ ਜਿਹੜੀ ਉਹਦੇ ਅੱਗੇ ਅਸੀਂ ਨਹੀਂ ਜ਼ਿਆਦਾ ਦੇਰ ਟਿਕ ਸਕਦੇ, ਵੀ ਸਾਨੂੰ ਜਿਹੜੇ ਅੰਦੋਲਨਕਾਰੀਆਂ ਸ਼ਾਂਤ ਵੀ ਉਹਨਾਂ ਨੂੰ ਵਾਪਸ ਆਉਣਾ ਚਾਹੀਦਾ। ਖਬਰਾਂ ਕਿਉਂਕਿ ਬਹੁਤ ਉੱਚ ਪੱਧਰ 'ਤੇ ਜਿਹੜਾ ਅਫਵਾਹਾਂ ਦਾ ਦੌਰ ਆ ਉਹ ਵੀ ਨਾਲ ਦੀ ਨਾਲ ਚੱਲ ਰਿਹਾ। ਬਹੁਤ ਖਬਰਾਂ ਉੱਡੀਆਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ, ਜਾਇਜ਼ ਜਾਂ ਨਜਾਇਜ਼ ਕੁਝ ਵੀ ਕਹਿ ਸਕਦੇ ਹਾਂ, ਜਿਹੜੀਆਂ ਅਫਵਾਹਾਂ ਉਹ ਉਹਨਾਂ ਦਾ ਦੌਰ ਚੱਲਦਾ ਰਿਹਾ। ਉਸ ਤੋਂ ਬਾਅਦ ਸ਼ਾਮ ਦੀ ਜਿਹੜਾ ਘਟਨਾਕ੍ਰਮ ਆ ਭਾਰਤੀ ਸਮੇਂ ਦੇ ਅਨੁਸਾਰ ਕੱਲ੍ਹ ਸ਼ਾਮ ਜਿਹੜੀ ਰਾਤ ਦੀ ਘਟਨਾ ਹੋਈ ਆ ਉਹਦੇ ਵਿੱਚ ਪ੍ਰਸ਼ਾਸਨ ਨੇ ਗ੍ਰਿਫਤਾਰੀ ਲਈ ਆਉਂਦਾ, ਭਾਵੇਂ ਕਿ ਲੋਕਾਂ ਦੀ ਮਨੋਬਲ ਜਿਹੜੀ ਪਿਛਲੇ ਵਰਤਾਰਾ ਹੋਇਆ ਬਿਨਾਂ ਕਿਸੇ ਸ਼ੱਕ ਜਿਹੜਾ ਲੋਕਾਂ ਦਾ ਇਹ ਮਨੋਬਲ ਘਟਿਆ। ਭਾਰਤੀ ਪੱਧਰ 'ਤੇ ਜਿਹੜਾ ਸਮਰਥਨ ਸੀ ਉਹਦੇ ਵਿੱਚ ਭਾਵੇਂ ਸ਼ਮੂਲੀਅਤ ਨਹੀਂ ਘਟੀ, ਪਰ ਕਿਤੇ ਨਾ ਕਿਤੇ ਕਿਸਾਨ ਆਗੂ ਆ ਜਾਂ ਸਮਰਥਕ ਹੈ ਉਹ ਅਜਿਹਾ ਕੋਈ ਵਰਤਾਰਾ ਨਹੀਂ ਚਾਹੁੰਦੇ ਸਨ। ਉਹਨਾਂ ਦੇ ਵਿੱਚ ਜਿਹੜੀ ਮਨੋਬਲ ਆ ਉਹ ਥੋੜ੍ਹਾ ਬਹੁਤਾ ਘਟਿਆ। ਰਾਤ ਵੀ ਇੱਦਾਂ ਹੀ ਸਾਨੂੰ ਵੇਖਣ ਨੂੰ ਮਿਲਿਆ। ਭਾਰਤੀ ਸਮੇਂ ਦੇ ਅਨੁਸਾਰ ਰਾਤ ਨੂੰ ਗਾਜ਼ੀਪੁਰ ਬਾਰਡਰ 'ਤੇ ਜਿਹੜੀ ਤਾਦਾਦ ਸੀ ਸੰਗਤ ਦੀ, ਲੋਕਾਂ ਦੀ, ਕਿਸਾਨਾਂ ਦੀ, ਉਹ ਜਿਹੜੀ ਘਟੀ ਆ। ਉਹਨੂੰ ਵੇਖਦੇ ਹੋਏ ਪ੍ਰਸ਼ਾਸਨ ਦੀ ਇਹੀ ਪਲੈਨਿੰਗ ਸੀ ਕਿ ਜਿਹੜਾ ਇਹ ਬਾਰਡਰ ਹੈ ਇੱਥੋਂ ਖਾਲੀ ਕਰਵਾਇਆ ਜਾਵੇ। ਰਾਕੇਸ਼ ਟਕੈਤ ਜੀ ਨੂੰ ਗ੍ਰਿਫਤਾਰੀ ਕਰਨ ਲਈ ਉੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਆਉਂਦਾ। ਅਤੇ ਰਾਕੇਸ਼ ਟਕੈਤ ਜੀ ਉਸ ਸਮੇਂ ਸਟੇਜ 'ਤੇ ਹੁੰਦੇ ਨੇ। ਉਹਨਾਂ ਨੇ ਬਿਆਨ ਦਿੱਤਾ ਕਿ ਪ੍ਰਸ਼ਾਸਨ ਇਸ ਦਾ ਜ਼ਿੰਮੇਵਾਰ ਹੋਵੇਗਾ ਜੇਕਰ ਕੋਈ ਇੱਥੇ ਘਟਨਾ ਵਾਪਰਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ BJP ਨੂੰ ਵੋਟ ਦਿੱਤੀ ਸੀ, ਪਰ BJP ਦੇ ਜਿਹਨੂੰ ਵਿਧਾਇਕ ਨੂੰ ਮੈਂ ਵੋਟ ਦਿੱਤੀ ਸੀ ਉਹਨਾਂ ਨੇ ਮੇਰੇ ਨਾਲ ਗਦਾਰੀ ਕੀਤੀ ਆ। ਲੋਕਾਂ ਨੂੰ ਇੱਥੇ ਕੁੱਟਣ ਲਈ ਉਹ ਆਪਣੇ ਬੰਦੇ ਲੈ ਕੇ ਆਏ ਸੀ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਮੈਂ ਵਿਸ਼ਵਾਸ ਕਰਕੇ ਵੋਟ ਦਿੱਤੀ ਸੀ, ਮੈਨੂੰ ਨਹੀਂ ਸੀ ਪਤਾ ਕਿ ਇਹ ਲੋਕ ਮੇਰੇ ਹੀ ਖਿਲਾਫ ਜਾਣਗੇ, ਮੇਰੇ ਸਮਰਥਕ ਆ ਜਿਹੜੇ ਕਿਸਾਨ ਹਿਤੈਸ਼ੀ ਆ ਉਹਨਾਂ ਦੇ ਖਿਲਾਫ ਇਹ ਕਾਰਵਾਈਆਂ ਕਰਨਗੇ। ਭਾਵੇਂ ਸਟੇਜ ਤੋਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਜੇਕਰ ਉਹਨਾਂ ਨੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਪੂਰੀ ਤਰ੍ਹਾਂ, ਜੇਕਰ ਕੋਈ ਇੱਥੇ ਘਟਨਾ ਵਾਪਰਦੀ ਹੈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਸਾਫ਼ ਤੌਰ 'ਤੇ ਉਹਨਾਂ ਨੇ ਮਨਾ ਕਰ ਦਿੱਤਾ ਸੀ ਕਿ ਮੈਂ ਗ੍ਰਿਫਤਾਰੀ ਨਹੀਂ ਦੇਵਾਂਗਾ, ਕਿਉਂਕਿ ਮੇਰੀ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੇਰੇ ਕਿਸਾਨ ਜਿਹੜੇ ਸਮਰਥਕ ਨੇ ਉਹਨਾਂ ਨਾਲ ਕੀ ਵਰਤੀਰਾ ਕੀਤਾ ਜਾਵੇਗਾ। ਸਾਫ਼ ਤੌਰ 'ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਪ੍ਰਸ਼ਾਸਨ ਇੱਥੋਂ ਜਿਹੜਾ ਉਹਨੂੰ ਜਗ੍ਹਾ ਦੇ ਦਿੱਤੀ ਜਾਵੇ, ਇਹ ਇੱਥੋਂ ਚਲੇ ਜਾਵੇ। ਪ੍ਰਸ਼ਾਸਨ ਉੱਥੋਂ ਚਲੇ ਜਾਂਦਾ। ਉਸ ਤੋਂ ਬਾਅਦ ਟਕੈਤ ਜੀ ਮੀਡੀਆ ਦੇ ਰੂਬਰੂ ਹੁੰਦੇ ਭਾਵੁਕ ਵੀ ਹੋ ਗਏ ਨੇ। ਉਹਨਾਂ ਦੇ ਜਿਹੜੀਆਂ ਭਾਵਨਾਵਾਂ ਜਜ਼ਬਾਤ ਹੈ ਉਹਨਾਂ ਨੂੰ ਸਮਝਦੇ ਹੋਏ ਉਹਨਾਂ ਦੇ ਭਾਈ ਨੇ ਵੀ ਫਿਰ ਮਹਾਪੰਚਾਇਤ ਬੁਲਾਈ। ਵੱਡੇ ਪੱਧਰ 'ਤੇ ਜਿਹੜੇ ਕਿਸਾਨ ਹੈ ਉਹਨਾਂ ਦਾ, ਕਿਉਂਕਿ ਰਾਕੇਸ਼ ਟਕੈਤ ਜੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਜਦੋਂ ਤੱਕ ਮੇਰੇ ਪਿੰਡ ਤੋਂ ਜਿਹੜਾ ਪਾਣੀ ਨਹੀਂ ਆਉਂਦਾ ਮੈਂ ਨਹੀਂ ਪੀਵਾਂਗਾ, ਮੇਰੇ ਪਿੰਡ ਦੇ ਲੋਕ ਪਾਣੀ ਲੈ ਕੇ ਆਉਣਗੇ ਉਦੋਂ ਹੀ ਮੈਂ ਪਾਣੀ ਪੀਵਾਂਗਾ। ਉਹਨਾਂ ਦੇ ਭਾਈ ਨੇ ਹਮਾਇਤ ਕਰਦੇ ਹੋਏ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਕਿਸਾਨ ਨੇ ਗਾਜ਼ੀਪੁਰ ਬਾਰਡਰ ਉਹ ਪਹੁੰਚ ਰਹੇ ਨੇ। ਕਾਫੀ ਜਿਹੜੀ ਤਾਦਾਦ ਆ ਪਹਿਲਾਂ ਨਾਲੋਂ ਵੱਧ ਚੁੱਕੀ ਹੈ। ਪੂਰੀ ਵੱਖ-ਵੱਖ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹਨਾਂ ਨੇ ਵੀ ਹਮਾਇਤ ਕੀਤੀ ਹੈ ਕਿ ਜੇਕਰ ਅਜਿਹਾ ਕੁਝ ਹੁੰਦਾ ਜਿਸ ਦੇ ਵਿੱਚ ਸਾਡੇ ਕਿਸਾਨ ਨੇਤਾਵਾਂ ਨੂੰ ਜਾਂ ਸਾਡੇ ਸਮਰਥਕਾਂ ਨੂੰ ਜੇਕਰ ਕੋਈ ਨੁਕਸਾਨ ਪੁੱਜਦਾ ਤਾਂ ਉਹਦੀ ਜਿਹੜੀ ਜ਼ਿੰਮੇਵਾਰੀ ਹੋਵੇਗੀ ਉਹ ਸਰਕਾਰ ਦੀ ਹੋਵੇਗੀ। ਇਹ ਵੀ ਕਲੀਅਰ ਕਰ ਦਿੱਤਾ ਗਿਆ ਹੈ। ਕਿਸਾਨ ਸੰਯੁਕਤ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਨੇ ਇਹ ਵੀ ਕਲੀਅਰ ਕਰ ਦਿੱਤਾ ਗਿਆ ਹੈ ਕਿ ਜਿਹੜੀ ਇਹ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਕਿ ਸਰਕਾਰ ਦੇ ਹੀ ਇਹ ਅਜਿਹੀ ਕਾਰਵਾਈ ਕਰਵਾਉਣ ਦੇ ਵਿੱਚ ਮੁੱਖ ਦੋਸ਼ੀ ਆ। ਸਾਡੀ ਕੋਈ ਅਜਿਹੀ ਯੋਜਨਾ ਸੀ। ਰਾਜੇਵਾਲ ਜੀ ਨੇ ਤਾਂ ਇਹ ਕਿਹਾ ਕਿ ਜਿਹੜਾ ਸਾਨੂੰ ਉਹਨਾਂ ਨੇ ਇਹ ਵੀ ਦੋਸ਼ ਲਾਇਆ ਸਰਕਾਰ 'ਤੇ ਕਿ ਜਿਹੜਾ ਸਾਨੂੰ ਰੂਟ ਦਿੱਤਾ ਗਿਆ ਸੀ ਉਸ ਰੂਟ 'ਤੇ ਵੀ ਬੈਰੀਗੇਡ ਕੀਤੀ ਗਈ ਅਤੇ ਇਸ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਲਾਲ ਕਿਲ੍ਹੇ ਵੱਲ ਜਾਓ। ਲਾਲ ਕਿਲ੍ਹੇ ਵੱਲ ਜਾਣ ਨੂੰ ਲੋਕਾਂ ਨੂੰ ਖੁਦ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਪ੍ਰੇਰਿਤ ਕੀਤਾ, ਇਹ ਕਹਿਣਾ ਹੈ ਬਲਬੀਰ ਸਿੰਘ ਰਾਜੇਵਾਲ ਦਾ। ਉਹਦੇ ਬਾਅਦ ਜਿਹੜੀਆਂ ਵੀ ਘਟਨਾਵਾਂ ਵਾਪਰਦੀਆਂ ਉਹ ਤੁਸੀਂ ਵੇਖ ਰਹੇ ਨੇ।
ਪਰ ਅਸੀਂ ਤੁਹਾਨੂੰ ਜਿਹੜੇ ਪੋਜ਼ਿਟਿਵ ਜਾਂ ਚੰਗੇ ਪੱਖ ਆ ਉਹਨਾਂ ਤੋਂ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਤੁਹਾਨੂੰ ਉਹਨਾਂ ਤੋਂ ਜਾਣੂ ਕਰਵਾਈਏ। ਕੱਲ੍ਹ ਅਸੀਂ ਜਦੋਂ 26 ਦਾ ਘਟਨਾਕ੍ਰਮ ਤੋਂ ਬਾਅਦ ਸਿੰਘੂ ਬਾਰਡਰ ਤੋਂ ਅਸੀਂ ਰਿਪੋਰਟ ਲਗਾਤਾਰ ਕਰ ਰਹੇ ਹਾਂ। ਜਿਹੜੀ ਸੰਗਤ ਨਾਲ ਤੁਹਾਨੂੰ ਅਸੀਂ ਗੱਲਬਾਤ ਦਿਖਾਉਂਦੇ ਹਾਂ, ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਉਂਦੇ ਹਾਂ ਜਿਹਦੇ ਵਿੱਚ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਵੀ ਇਹ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੀ ਨਜ਼ਰੀਆ ਸੰਗਤ ਦਾ ਇਸ ਘਟਨਾਕ੍ਰਮ ਨੂੰ ਲੈ ਕੇ। ਆਓ ਤੁਹਾਨੂੰ ਉਹ ਸੰਗਤ ਦੇ ਜਿਹੜੇ ਵਿਚਾਰ ਨੇ, ਉੱਥੇ ਸੰਗਤ ਰਹਿ ਰਹੀ ਹੈ, ਕਾਫੀ ਦਿਨਾਂ ਤੋਂ ਡਟੇ ਹੋਏ ਨੇ, ਉਹਨਾਂ ਦੇ ਜਿਹੜੇ ਵਿਚਾਰ ਆ ਉਹ ਤੁਹਾਨੂੰ ਸੁਣਾਉਂਦੇ ਹਾਂ। ਸੁਣੋ ਸੰਗਤ ਦਾ ਕੀ ਕਹਿਣਾ ਹੈ ਇਸ ਜਿਹੜਾ ਘਟਨਾਕ੍ਰਮ ਆ ਉਹਦੇ ਪ੍ਰਤੀ। ਆ ਰਹੇ ਹਾਂ ਕਿ ਕਿਵੇਂ ਜਿਹੜੀਆਂ ਕੱਲ੍ਹ ਦੀਆਂ ਘਟਨਾਵਾਂ ਉਹਦੇ ਵਿੱਚ ਭਾਵੇਂ ਮਨੋਕਲਪਿਤ ਵਿਚਾਰ ਆ ਰਹੇ ਨੇ, ਪਰ ਉਸੇ ਤਰ੍ਹਾਂ ਨਿਰੰਤਰ ਆ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ, ਲੋਕਾਂ ਦਾ ਜੋਸ਼ ਜਜ਼ਬਾ ਜਨੂਨ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ। ਸਾਡੇ ਨਾਲ ਜਿਹੜੇ ਵੀਰ ਆ ਕਾਫੀ ਦਿਨਾਂ ਤੋਂ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਨੇ, ਨਿਰੰਤਰ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦੇ ਜਿਹੜੇ ਵਿਚਾਰ ਆ ਉਹ ਤਾਂ ਉਹਨਾਂ ਤੋਂ ਤੁਹਾਨੂੰ ਅਸੀਂ ਜਾਣੂ ਕਰਾਉਂਦੇ ਹਾਂ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਥੋਂ ਆਏ, ਤੁਹਾਡਾ ਨਾਮ? ਮੇਰਾ ਨਾਮ ਅਵਤਾਰ ਸਿੰਘ ਜੀ, ਜੰਡਪੁਰ, ਜ਼ਿਲ੍ਹਾ ਮੋਹਾਲੀ, ਤਹਿਸੀਲ ਖੈੜ ਤੋਂ ਆਏ ਜੀ। ਇੱਥੇ ਤੁਸੀਂ ਕੀ ਸੇਵਾਵਾਂ ਦੇ ਰਹੇ ਹੋ? ਅਸੀਂ ਸਵੇਰ ਟਾਈਮ ਚਾਹ ਤੇ ਬਿਸਕੁਟ ਤੇ ਖਿਚੜੀ ਔਰ ਦਹੀਂ ਦਾ ਲੰਗਰ ਚਲਾਉਂਦੇ 12 ਵਜੇ ਤੱਕ। ਪਿਛਲੇ ਕਿੰਨੇ ਦਿਨਾਂ ਤੋਂ ਤੁਸੀਂ ਨਿਰੰਤਰ ਸੇਵਾਵਾਂ ਨਿਭਾ ਰਹੇ ਹੋ? ਅਸੀਂ 27 ਤਰੀਕ ਨੂੰ ਇੱਥੇ ਨੈਟ ਖੜ ਗਏ ਸੀ ਆਣ ਕੇ ਇਸ ਟਾਈਮ 12 ਵਜੇ। ਅੱਛਾ ਜੀ। ਹਾਂਜੀ, ਦਸੰਬਰ ਜਦੋਂ ਕੀ ਅੰਦੋਲਨ ਚੱਲਿਆ ਪੰਜਾਬ ਤੋਂ ਚੱਲੇ ਪਏ 27 ਨਵੰਬਰ ਨੂੰ, 26 ਨੂੰ ਤੁਰੇ ਤੇ ਜੀ, 27 ਨੂੰ ਉਰੇ ਪਹੁੰਚ ਗਏ ਤੇ ਜੀ। ਉਸੇ ਦਿਨ ਤੋਂ ਨਿਰੰਤਰ ਤੁਸੀਂ ਡਟੇ ਹੋਏ ਹੋ? ਹਾਂਜੀ ਹਾਂਜੀ। ਜਿਵੇਂ ਕੱਲ ਦੀ ਜਿਹੜੀ ਘਟਨਾ ਹੋਈ ਆ ਉਹ ਤੋਂ ਕੁਛ ਨਾ ਕੁਛ ਮਨੋਬਲ ਥੋੜਾ ਜਿਹਾ ਮਾਨਸਿਕ ਤੌਰ ਤੇ ਪ੍ਰਭਾਵ ਤਾਂ ਸਾਰਿਆਂ ਦੇ ਪਿਆ, ਅੰਦੋਲਨਕਾਰੀਆਂ ਦੇ ਸਮਰਥਕਾਂ ਦੇ। ਕੱਲ ਦੀ ਜਿਹੜੀ ਪ੍ਰਤੀਕਿਰਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੱਲ ਦੀ ਤਾਂ ਬਾਈ ਹੁਣ ਜਿਹੜੇ ਵਿੱਚ ਥੋੜੇ ਜਿਹੇ ਸਾਡੇ ਮੈਂ ਗਦਾਰ ਬੰਦੇ ਰਲ ਗਏ, ਜਿਹੜੇ ਤਾਂ ਅਸੀਂ ਤਾਂ ਭੋਲੇ ਪੰਛੀ ਬੰਦੇ ਆਪਣੇ ਪੰਜਾਬ ਦੇ, ਤੁਹਾਨੂੰ ਪਤਾ ਜਿਸ ਤਰ੍ਹਾਂ ਕੋਈ ਲਾ ਲੈਂਦਾ ਉਸ ਤਰ੍ਹਾਂ ਲੱਗ ਗਏ। ਉਹ ਅਸੀਂ ਤਾਂ 11 ਵਜੇ ਦਾ ਟਾਈਮ ਰੱਖਿਆ ਸੀ ਜਥੇਬੰਦੀਆਂ ਨੇ ਵੀ 10 ਵਜੇ ਆਪਾਂ ਨੇ ਚਾਲੇ ਪਾਉਣੇ ਰਹੇ ਤੇ ਵੀ ਸਾਡੇ ਪਿੱਛੇ ਪਿੱਛੇ ਆਉਣਾ, ਜਿਹੜਾ ਰੂਟ ਹੈ ਵੀ ਸਾਡੇ ਪਿੱਛੇ ਪਿੱਛੇ ਤੁਸੀਂ ਆਉਣਾ। ਉਹ 7 ਵਜੇ ਗਦਾਰ ਲੈ ਕੇ ਕੁਝ ਬੰਦਿਆਂ ਨੂੰ ਗੈਲ ਚਲੇ ਗਏ, ਉਹਦੇ ਕਰਕੇ ਜਾ ਕੇ ਪੁਲਿਸ ਦੀ ਗੱਲ ਹਜ਼ਾਰ ਬੰਦਾ ਕਿਸ ਤਰ੍ਹਾਂ ਵੜ ਗਿਆ। ਜਿਹੜੇ ਰੂਟ ਨੂੰ ਜਾਣਾ ਤਾਂ हमको ਸਾਡੇ ਤਾਂ ਲੰਗਰ ਲੱਗੇ ਵੇ ਕਹਾ ਬਹੁਤ ਲੋਕਾਂ ਦੇ ਬੜੇ ਪਿੰਡਾਂ ਨੂੰ ਹੋ ਕੇ ਜਾਣਾ ਤਾਂ ਉਹ ਵੀ ਵਿਚਾਰੇ ਰੁਲੇ, ਸਾਨੂੰ ਰਾਸਤੇ ਮੇ ਮੁੜਨਾ ਪਿਆ। ਫਿਰ ਜਦ ਜਥੇਬੰਦੀਆਂ ਨੇ ਸਾਡੀਆਂ ਨੇ ਕਿਹਾ ਵੀ ਰਾਸਤੇ ਮੇ ਵਾਪਸ ਚਲੇ ਜਾਓ, ਹੁਣ ਉੱਥੇ ਆਪਣਾ ਖਰਾਬ ਕਰਤੇ ਗਦਾਰ ਬੰਦਿਆਂ ਨੇ। ਚਲੋ ਜਿਸ ਤਰ੍ਹਾਂ ਵਾਹਿਗੁਰੂ ਕਰਦਾ ਹੋ ਗਿਆ। ਇਹ ਦੋ ਬੰਦੇ ਗਦਾਰੀ ਕਰਕੇ ਦੀਪ ਸਿੱਧੂ ਆ ਰਹਾ, ਲੱਖਾ ਸਿਧਾਣਾ, ਕੁਝ ਕਿਸਾਨ ਆਗੂਆਂ ਦੇ ਨਾਮ ਵੀ ਆ ਰਹੇ ਨੇ ਜਿਵੇਂ ਪੰਦੇਰ ਜਾਂ ਪੰਨੂ ਦੇ। ਹਾਂਜੀ ਹਾਂ, ਉਹ ਵੀ ਗਏ ਨੇ ਜੀ 2 ਜਣੇ। ਇਹਨਾਂ ਦਾ ਪੂਰਾ ਹੱਥ ਹੈ, ਪੂਰੇ ਅਰਸਤ ਦੇ ਬੰਦੇ ਆ ਜੀ ਜੀ। ਜਿਵੇਂ ਜਿਹੜੀ ਕਿਹਾ ਜਾ ਰਿਹਾ ਵੀ ਤੁਸੀਂ ਤਾਂ ਇੱਥੇ ਮੌਜੂਦ ਆ ਕਾਫੀ ਦਿਨਾਂ ਤੋਂ, ਕੱਲ 26 ਤੋਂ ਪਹਿਲਾਂ ਜਿਹੜਾ 25 ਨੂੰ ਰਾਤ ਨੂੰ ਸਟੇਜ ਤੇ ਕਬਜ਼ਾ ਹੋਇਆ, ਘਟਨਾਵਾਂ ਵਾਪਰੀਆਂ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਸੱਚਾਈ ਆ ਜਿਹੜੀ ਉਹ ਦੱਸੋ। ਇਹ ਬਾਈ ਪਿੱਛੇ ਤੇ ਆਏ ਇਹ ਕਰਨਾਲ ਕਿੰਨੀ ਤੇ ਤਾਰ ਲਾਉਂਦੇ ਤਰਨ ਦੀਪ ਸਿੱਧੂ ਆ ਗਿਆ, ਦੀਪ ਸਿੱਧੂ ਆ ਗਿਆ। ਇੱਥੇ ਜਾ ਕੇ ਵੀ ਲੋਕਾਂ ਨੂੰ ਦੱਸਦੇ ਜਾਈਏ, ਉੱਥੇ ਜਾ ਕੇ ਇਹਨਾਂ ਦੀ ਰਾਤ ਨੂੰ ਪਹਿਲਾਂ ਸੰਘਰਸ਼ ਖਤਮ ਕਰੀਏ। ਇਹਨਾਂ ਦੀ ਸੋਚ ਆਹ ਤੀ ਜਥੇ ਜਦ ਕੇ ਵੀ ਸਟੇਜ 5 ਵਜੇ ਬੰਦ ਹੋ ਜਾਂਦੀ, 7 ਵਜੇ 6 ਵਜੇ ਰੇ ਰਾਤ ਹੋ ਜਾਂਦੀ ਹੈ। ਇਹਨਾਂ ਨੇ ਜਾ ਕੇ 9 ਵਜੇ ਖਰੂ ਕਾਹਦੇ ਪੱਢਿਆ। ਇਹਨਾਂ ਦਾ ਮਤਲਬ ਤਾਂ ਵੀ ਇੱਥੇ ਸੰਘਰਸ਼ ਖਤਮ ਹੋ ਜਾਏ। ਚਲੋ ਫਿਰ ਵੀ ਸਾਡੇ ਸਿਆਣੇ ਬੰਦੇ ਆਗੂ ਸਹੀ ਫੈਸਲਾ ਕਰਕੇ ਲੈ ਗਏ, ਤੋਰ ਕੇ ਲੈ ਗਏ ਤੇ ਚਲੋ ਜਿੱਥੇ ਤੱਕ ਚਲਾਇਆ ਏ। ਹੁਣ ਵੀ ਜੁਟੇ ਰਹਿਣਾ, ਜਾਓਗੇ ਤਾਂ ਜਿੱਤ ਗਏ, ਜਾਓਗੇ ਨਹੀਂ ਮਰੂਗੇ। ਜਿਵੇਂ ਕਹਿ ਸਕਦੇ ਹਾਂ ਵੀ ਕੱਲ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਬਹੁਤ ਆਈਆਂ, ਕਿਉਂਕਿ ਜਦੋਂ ਜਿਹੜਾ ਲਿੰਕ ਰੋਡ ਸੀ ਪਹਿਲਾਂ ਤਾਂ ਬੰਦ ਸੀ, ਪ੍ਰਦਰਸ਼ਨਕਾਰੀਆਂ ਨੇ ਖੋਲ੍ਹਤਾ ਜਿਵੇਂ ਤੁਸੀਂ ਨਾਮ ਲੈ ਰਹੇ ਆ। ਉਸ ਤੋਂ ਬਾਅਦ ਇਹ ਵੀ ਦੁਬਿਧਾ ਪੈਦਾ ਹੋਈ ਆ ਆਮ ਜਿਹੜੇ ਕਿਸਾਨ ਸੀ ਜਿਹੜੇ ਟਰੈਕਟਰ ਰੈਲੀ 'ਚ, ਕਿਉਂਕਿ ਜਦੋਂ ਉਹਨਾਂ ਨੂੰ ਵੇਖਿਆ ਵੀ ਰੋਡ ਸਾਨੂੰ ਖੁੱਲ੍ਹਾ ਮਿਲ ਰਿਹਾ, ਲਗਾਤਾਰ ਲੋਕਾਂ ਦੀ ਸ਼ਮੂਲੀਅਤ ਉਧਰ ਨੂੰ ਵੀ ਹੋ ਰਹੀ ਸੀ। ਉਹ ਉਹਨਾਂ ਨੇ ਇਹੀ ਕਰਿਆ, ਫਿਰ ਲਿੰਕ ਰੋਡ ਉਹਨਾਂ ਤਾਂ ਹੀ ਖੋਲੇ ਵੀ ਟਰੈਕਟਰ ਵਾਲਿਆਂ ਨੇ ਪਿੱਛੇ ਪਿੱਛੇ ਆਉਣਾ ਨਹੀਂ, ਸਾਡੇ ਪਿੱਛੇ ਮਗਰ ਲੱਗ ਲੈਣਾ। ਉਹ ਵਿਚਾਰੇ ਭੋਲੇ ਦੇ ਪਿੱਛੇ ਪਿੱਛੇ ਮਗਰ ਹੋਲੇ ਵੀ ਰਾਸਤਾ ਖੁੱਲ੍ਹਾ ਏ। ਜੇ ਤਾਂ ਸਾਰੇ ਜਥੇਬੰਦੀਆਂ ਦੀ ਲਾਈਨ ਮਾਉਂਦੇ ਪਿੱਛੇ ਪਿੱਛੇ ਨੂੰ ਪਤਾ ਨਹੀਂ ਤਾਂ ਉਹਦੇ ਕਰਕੇ ਲੋਕ ਉਧਰ ਨੂੰ ਵੜ ਗਏ। ਅੱਧਿਆਂ ਦਾ ਐਵੇਂ ਨਹੀਂ ਪਤਾ ਵੀ ਤੁਸੀਂ ਮੈਂ ਪੁੱਛਿਆ ਇੱਕ ਨੂੰ ਬੰਦੇ ਸਵੇਰੇ ਰਿਸ਼ਤੇਦਾਰ ਨੂੰ, ਮੈਂ ਤੁਰੇ ਤੁਸੀਂ ਸਾਤੇ ਬਾਅਦ ਤੁਸੀਂ ਪਹਿਲਾਂ ਲਾਲ ਕਿਲੇ ਕਿਸ ਤਰ੍ਹਾਂ ਪਹੁੰਚ ਗਏ। ਕਹਿੰਦਾ ਯਾਰ ਸਾਨੂੰ ਤਾਂ ਪਤਾ ਨਹੀਂ, ਤਾਂ ਪਿੱਛੇ ਪਿੱਛੇ ਜਾਈ ਗਏ। ਮੈਂ ਯਾਰ ਪਿੱਛੇ ਤਾਂ ਗਲਤ ਕਰ ਗਏ ਹੋ ਗਿਆ। ਕਹਿੰਦਾ ਬਾਈ ਪਤਾ ਨਹੀਂ ਤਾਂ ਸਾਨੂੰ। ਅਸੀਂ ਫੇਰ ਅੱਜ ਇੱਥੇ ਮੌਜੂਦ ਹਾਂ। ਕੱਲ ਦਾ ਜਿਹੜਾ ਘਟਨਾਕ੍ਰਮ ਹੋਇਆ ਸੀ, ਭਾਵੇਂ ਇਹ ਆ ਰਹੇ ਅਸੀਂ ਜਿਹੜੀਆਂ ਖਬਰਾਂ ਮਨੋਕਲਪਿਤ ਸੀ ਵੀ ਲੋਕਾਂ ਦਾ ਜਿਹੜਾ ਜੋਸ਼ ਜਜ਼ਬਾ ਜਨੂਨ ਘਟੇਗਾ, ਪਰ ਤੁਹਾਨੂੰ ਇੱਥੇ ਆਪਣੇ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਜੋਸ਼ ਜਜ਼ਬਾ ਜਨੂਨ ਲੋਕਾਂ ਦੇ ਵਿੱਚ ਪਹਿਲਾਂ ਸੀ ਉਹ ਇਸ ਵੇਲੇ ਵੀ ਬਰਕਰਾਰ ਹੈ। ਤੁਸੀਂ ਦੇਖ ਸਕਦੇ ਹੋ ਲੰਗਰ ਉਸੇ ਤਰ੍ਹਾਂ ਹੀ ਚੱਲ ਰਹੇ ਨੇ, ਲੋਕਾਂ ਦੀ ਜਿਹੜੀ ਸ਼ਮੂਲੀਅਤ ਆ ਉਸੇ ਤਰ੍ਹਾਂ ਹੀ ਹੋ ਰਹੀ ਆ। ਸਾਡੇ ਨਾਲ ਕੁਝ ਨੌਜਵਾਨ ਵੀ ਜੁੜੇ ਨੇ। ਕੱਲ ਜਿਵੇਂ ਕੁਝ ਵੀ ਘਟਨਾ ਜਿਹੜੀ ਇੱਧਰ ਆ ਜਾਓ, ਥੋੜਾ ਜਿਹਾ ਇੱਧਰ ਆ ਜਾਓ।
ਜਿਹੜੀ ਕੱਲ ਘਟਨਾਕ੍ਰਮ ਵਾਪਰੇ ਤੁਸੀਂ ਵੀ ਗਏ ਸੀ ਹਾਂਜੀ ਹਾਂਜੀ ਗਏ ਤੇ ਜੀ। ਜਿਹੜਾ ਜਿਵੇਂ ਕਿ ਆਈ ਗਈ ਆ ਜਿਹੜਾ ਗੱਲਾਂ ਅੱਗੇ ਨਿਕਲ ਕੇ ਆ ਰਹੀਆਂ ਵੀ ਜਿਹੜਾ ਮਾਰਚ ਸੀ ਉਹਨੂੰ ਬਦਲ ਕੇ ਹੋਰ ਪਾਸੇ ਜਿਹੜੇ ਲਿਜਾਣ ਵਾਲੇ ਮੁੱਖ ਬੰਦੇ ਸੀ ਉਹ ਕਿਸਾਨ ਸੰਯੁਕਤ ਮੋਰਚਾ ਨੇ ਵੀ ਦੱਸ ਦਿੱਤਾ ਵੀ ਕਿਹੜੇ ਬੰਦੇ ਸੀ ਉਹ। ਤੁਸੀਂ ਕਿਵੇਂ ਵੇਖਦੇ ਆ ਕੱਲ ਜਿਹੜਾ ਪ੍ਰਤੀਕਰਮ ਹੋਇਆ? ਅਸੀਂ ਤਾਂ ਕਿਸਾਨ ਜਥੇਬੰਦੀਆਂ ਨਾਲ ਹੈ ਜੀ। ਹਾਂ, ਤੁਸੀਂ ਕਿਹੜਾ ਮਾਰਚ ਅਪਣਾਇਆ ਸੀ? ਕਿਹੜੇ ਮਾਰਚ ਤੇ ਤੁਸੀਂ ਰੈਲੀ ਕੱਢੀ ਸੀ? ਆਪਣਾ ਜਿਹੜਾ ਜਥੇਬੰਦੀਆਂ ਨੇ ਦੱਸਿਆ ਤਾਂ ਉੱਥੇ ਹੀ ਕੱਢੀ ਅਸੀਂ। ਪ੍ਰਸ਼ਾਸਨ ਤੇ ਜਥੇਬੰਦੀਆਂ ਦੇ ਵਿਚਕਾਰ ਸਮਝੌਤਾ ਹੋਇਆ ਸੀ ਉਹਦੇ ਪਰ ਗਏ ਸੀ? ਹਾਂਜੀ ਹਾਂਜੀ। ਭਾਵੇਂ ਕਿ ਰਾਸ਼ਟਰੀ ਮੀਡੀਆ ਨੇ ਉਹਨੂੰ ਘੱਟ ਕਵਰ ਕਰਿਆ ਜਿਹੜਾ ਕੱਲ ਸ਼ਾਂਤਮਈ ਆਪਣਾ ਹੋਇਆ ਸੀ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਨੇ। ਰਾਸ਼ਟਰੀ ਮੀਡੀਆ ਨੇ ਭਾਵੇਂ ਦਿੱਲੀ ਲਾਲ ਕਿਲੇ ਵਾਲਾ ਸੀ ਜਿਹੜਾ ਉਹਨੂੰ ਜ਼ਿਆਦਾ ਕਵਰ ਕਰਿਆ। ਤੁਸੀਂ ਗਏ ਸੀ ਕੱਲ ਜਿਹੜਾ ਸੰਯੁਕਤ ਮੋਰਚੇ ਵਾਲਾ ਆਪਣਾ ਮਾਰਗ ਸੀ ਜਿਹੜਾ ਰੂਟ ਸੀ ਉਹ ਕਿੰਨਾ ਕੁ ਉਹ ਸਫਲ ਰਿਹਾ? ਉਹਦੇ ਬਾਰੇ ਦੱਸੋ ਜੀ, ਉਹ ਕਿੰਨਾ ਕੁ ਸ਼ਾਂਤਮਈ ਸੀ? ਸ਼ਾਂਤਮਈ ਸੀਗਾ ਪੂਰਾ, ਕਿਸਾਨ ਬੰਦਿਆਂ ਦੇ ਨਾਲ ਸੀਗੇ ਅਸੀਂ ਜੀ। ਹਾਂਜੀ। ਜਿਹੜਾ ਕੱਲ ਦਾ ਹੋਇਆ ਘਟਨਾਕ੍ਰਮ ਉਹਦੇ ਬਾਰੇ ਕੋਈ ਟਿੱਪਣੀ ਕਰਨਾ ਚਾਹੋਗੇ ਵੀ ਰਾਸ਼ਟਰੀ ਮੀਡੀਆ ਜਿਹੜਾ ਬਾਰ-ਬਾਰ ਸਿਰਫ ਦੇਖੋ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਕੱਲ ਜ਼ਿਆਦਾਤਰ ਜਿਹੜਾ ਦੇਖਿਆ ਜਾ ਰਿਹਾ ਭਾਰਤੀ ਟੀਵੀ ਜਾਂ ਰਾਸ਼ਟਰੀ ਮੀਡੀਆ ਉਹ ਇਹ ਦਿਖਾ ਰਿਹਾ ਕਿ ਦਿੱਲੀ ਦੇ ਲਾਲ ਕਿਲੇ ਦੀ ਖਬਰ ਆ ਰਹੀ ਹੈ, ਪਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਉਹਦੇ ਪਰ ਸਫਲਤਾਪੂਰਵਕ ਉਹ ਮੋਰਚਾ ਜਿਹੜਾ ਮਾਰਗ ਆ ਉਹ ਕੱਢਿਆ ਗਿਆ ਸੀ। ਕੋਈ ਵੀ ਹਿੰਸਾ ਉਹਦੇ ਪਰ ਹੋਈ ਨਹੀਂ ਹੈਗੀ, ਉਹ ਨਹੀਂ ਦਿਖਾਇਆ ਜਾ ਰਿਹਾ। ਪਰ ਤੁਸੀਂ ਜਿੰਨੇ ਵੀ ਇੱਥੇ ਮੌਜੂਦ ਆ ਸਾਰੇ ਗਵਾਹ ਹੈ ਕਿਉਂਕਿ ਤੁਸੀਂ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਮਾਰਗ ਸੀ ਉਹਦੇ ਤੇ ਤੁਸੀਂ ਚੱਲੇ ਸੀ। ਕੀ ਕਹਿਣਾ ਚਾਹੋਗੇ? ਇਹ ਸ਼ਰਾਰਤੀ ਮੌਕੇ ਸ਼ਰਾਰਤੀ ਬੰਦਿਆਂ ਨੇ ਕੰਮ ਕੀਤਾ ਗਲਤ, ਬਾਕੀ ਕਿਸਾਨਾਂ ਨੇ ਸਹੀ ਕੰਮ ਕੀਤਾ ਜੀ। ਕਿਸਾਨ ਤੇ ਸ਼ਾਂਤੀ ਦੇ ਨਾਲ ਹੀ ਚੱਲਦੇ ਪਏ ਸੀ ਨਾ। ਸਾਰੇ ਮੋਦੀ ਦੇ ਬੰਦੇ ਸੀ ਜਿਨ੍ਹਾਂ ਨੇ ਇਹ ਕੰਮ ਕੀਤਾ। ਜੋ ਜਥੇਬੰਦੀਆਂ ਦਾ ਆਰਡਰ ਸੀ ਸਾਰੀ ਪਬਲਿਕ ਉਸ ਦੇ ਤਹਿਤ ਗਈ ਆ। ਇਹਨਾਂ ਪਹਿਲਾਂ ਬੰਦੇ ਖਲਾ ਕੇ ਕੰਮ ਕਰਤਾ। ਹਾਲਾਂਕਿ 26 ਜਨਵਰੀ ਸੀ, ਇਹਨਾਂ ਨੂੰ ਇਸ ਵੇਲੇ ਇਹਨਾਂ ਖੁੱਲਾ ਹੋਣਾ ਨਹੀਂ ਸੀ ਚਾਹੀਦਾ। ਨਾਲ ਕਿਹੜਾ ਜਿਨ੍ਹਾਂ ਨੇ ਖੁੱਲਾ ਛੱਡਿਆ ਸਾਰਾ ਕੰਮ ਕਰਾ ਕੇ ਦੱਸਦੇ ਨੇ ਵੀ ਉੱਥੇ ਪਹਿਲਾਂ ਵੀ ਬੰਦੇ ਮੌਜੂਦ ਸੀ ਇਹਨਾਂ ਦੇ ਇਹ ਕੰਮ ਕਰਾਉਣ ਵਾਸਤੇ। ਤੇ ਜਦੋਂ ਮੁੜ ਕੇ ਉਸ ਤੋਂ ਬਾਅਦ ਇਹਨੂੰ ਸੱਚਾ ਕਰ ਲਈ, ਜਦੋਂ ਉਹਨਾਂ ਨੂੰ ਟਾਲੀਆਂ ਗਈਆਂ ਫਿਰ ਆਪਦੇ ਬੰਦੇ ਖਲਾ ਕੇ ਦੂਸਰੇ ਬੰਦੇ ਦੇ ਇਲਜ਼ਾਮ ਲਾਇਆ ਵੀ ਇਹਨਾਂ ਨੇ ਕੀਤਾ। ਸਿਰਫ ਇਹਨਾਂ ਦੀ ਮੋਦੀ ਦੀ ਸਾਰੀ ਇਹ ਚਾਲ ਸੀ, ਮੋਦੀ ਹੋਣਾ ਦੀ। ਇਹ ਮੋਦੀ ਹੋਣਾ ਦੀ ਚਾਲ ਸੀ। ਮੋਦੀ ਹੋਣਾ ਨੇ ਸਾਰਾ ਕੰਮ ਇਹਨਾਂ ਨੇ ਆਪ ਕਰਾਇਆ। ਆਪਦੇ ਬੰਦੇ ਇਹਨਾਂ ਨੇ ਪਹਿਲੋਂ ਇੱਥੇ ਬੰਦੇ ਬੱਚਾ ਪਾ ਛੱਡੇ ਲੱਖਾਂ ਦਾ ਤੇ ਉਹ ਆਪਣਾ ਸੰਧੂ ਜਿਹੜਾ ਉਹਨੂੰ ਇਹਨਾਂ ਨੂੰ ਆਪ ਇਹਨਾਂ ਨੇ ਕਰਕੇ ਦੀਪ ਸੰਧੂ ਨੂੰ ਆਪ ਨੇ ਪਹਿਲੋਂ ਲਾ ਛੱਡਿਆ। ਆਪਦੇ ਪ੍ਰੋਗਰਾਮ ਸਾਰ ਜਥੇਬੰਦੀਆਂ ਨੇ ਪਹਿਲੋਂ ਟਾਈਮ ਦਿੱਤਾ 10 ਵਜੇ ਤੁਰਾਂਗੇ। ਇਹਨਾਂ ਨੇ ਆਪਦੀ ਮਰਜ਼ੀ ਨਾਲ ਪਹਿਲੋਂ ਹੀ 7-8 ਵਜੇ ਤੁਰ ਕੇ ਤੇ ਜਿੰਨੇ ਤੁਹਾਨੂੰ ਟਾਈਮ ਦੇ ਉਹਨਾਂ ਨੇ ਅਜੇ ਜਾਣਾ ਨਹੀਂ ਸੀ, ਇਹਨਾਂ ਨੇ ਝੰਡਾ ਚੜ੍ਹਾ ਵੀ ਦਿੱਤਾ ਉੱਥੇ ਜਾ ਕੇ। ਕੱਲ ਮੈਂ ਉੱਥੇ ਜਿਹੜਾ ਆਪਣਾ ਸਿੰਘੂ ਬਾਰਡਰ ਹੈ ਉਹਦੇ ਤੋਂ ਜਿਹੜਾ ਰੂਟ ਸੀ ਮੈਂ ਕੱਲ ਉੱਥੇ ਮੌਜੂਦ ਸੀ। ਜਦੋਂ ਸਾਡੀ ਟੀਮ ਪਹੁੰਚੀ ਉੱਥੇ ਬੈਠ ਕੇ ਸੰਗਤਾਂ ਸਿਮਰਨ ਕਰ ਰਹੀਆਂ ਸੀ। ਉੱਥੇ ਸੱਜੇ ਮੁੜਨਾ ਸੀ, ਪਰ ਅਸੀਂ ਉੱਥੇ ਜਦੋਂ ਪਹੁੰਚੇ ਅਚਾਨਕ ਪਤਾ ਨਹੀਂ ਪਿੱਛੋਂ ਕੀ ਹੋਇਆ, ਇਹ ਜਿਹਾ ਹੱਲਾ ਬੋਲਿਆ ਵੀ ਸੱਜੇ ਮੁੜਨੇ ਦੀ ਜਗ੍ਹਾ ਜਿਹੜਾ ਪਬਲਿਕ ਸੀ ਉਹ ਸਿੱਧਾ ਹੋਲੀ ਬੈਰੀਗੇਡ ਤੋਂ। ਉਹ ਕੀ ਚਾਲ ਸੀ? ਕਿਉਂਕਿ ਜਿਹੜਾ ਪ੍ਰੋਗਰਾਮ ਸੀ ਉਹ ਸੱਜੇ ਮੁੜਨੇ ਦਾ ਸੀ। ਇਹਨਾਂ ਨੇ ਆਪਦੀ ਚਾਲ ਸੀ ਵੀ ਉਸ ਰਸਤੇ ਲੈ ਕੇ ਚੱਲੋ ਜਿਹੜੇ ਰਸਤੇ ਸੇਧੀ ਚੋਲੇ। ਨਾਲੇ ਨਾ ਸੋਚਿਆ ਸਮਝਿਆ ਸੀ ਵੀ ਇੱਥੇ ਬੈਰੀਅਰ ਕਰਾਂਗੇ ਖੜੇ, ਉਹ ਆ ਕੇ ਭੰਨਣਗੇ, ਨਾਲੇ ਮੋਰਚਾ ਬਦਨਾਮ ਹੋਊਗਾ ਤੇ ਨਾਲੇ ਅਸੀਂ ਸਾਰੇ ਨੰਬਰ ਬਣ ਜਾਣਗੇ ਵੀ ਇਹਨਾਂ ਤੋਂ ਬੇਕਾਬੂ ਹੋ ਗਿਆ। ਇਹਨਾਂ ਖਬਰਾਂ ਵੀ ਦੇ ਦਿੱਤੀਆਂ ਬੇਕਾਬੂ ਹੋ ਗਿਆ, ਪਰ ਕੋਈ ਬੇਕਾਬੂ ਨਹੀਂ ਸੀ। ਜਿੰਨੇ ਬੰਦੇ ਉਸ ਤੋਂ ਬਾਅਦ ਗਏ ਨੇ ਕਿਸੇ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ, ਕੁਛ ਨਹੀਂ ਕੀਤਾ। ਇਹਨਾਂ ਦੇ ਆਪਦੇ ਬੰਦਿਆਂ ਨੇ ਜੋ ਕੀਤਾ ਸੋ ਕਰਾਇਆ ਤੇ ਇਹਨਾਂ ਆਪ ਕੀਤਾ ਸਾਰਾ। ਦੋ ਕਿਸਾਨ ਆਗੂਆਂ ਦਾ ਨਾਮ ਆ ਰਿਹਾ ਅੱਗੇ, ਤੁਹਾਨੂੰ ਕੀ ਲੱਗਦਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਪ੍ਰਤੀ ਕੋਈ ਐਕਸ਼ਨ ਲਵੇਗਾ? ਜ਼ਰੂਰ ਲਊਗਾ, ਜ਼ਰੂਰ ਲਊਗਾ। ਨਾ ਲੈਣ ਵਾਲੀ ਕੋਈ ਗੱਲ ਨਹੀਂ ਕਿ ਜਦੋਂ ਇੰਨੇ ਬੰਦਿਆਂ ਨੂੰ ਖਰਾਬ ਕਰਨਗੇ ਐਕਸ਼ਨ ਦਾ ਲੈਣਾ ਬਣਦਾ ਹੀ ਆ ਤੇ ਬਣੂਗਾ। ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸਮਰਥਕ ਨੇ ਕਿਸਾਨ ਅੰਦੋਲਨ ਦੇ ਉਹਨਾਂ ਦੇ ਵਿੱਚ ਜੋਸ਼ ਜਾਜਮਾ। ਜਿਵੇਂ ਤੁਸੀਂ ਇਹ ਵੀਡੀਓ ਕਲਿੱਪ ਵੇਖਿਆ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸੰਗਤਾਂ ਅਸੀਂ ਹਰ ਵਰਗ ਦੇ ਨਾਲ, ਭਾਵੇਂ ਉਹ ਨੌਜਵਾਨ ਹੋਣ ਜਾਂ ਮਿਡਲ ਏਜ ਹੋਵੇ ਜਾਂ ਜਿਹੜੇ ਸਾਡੇ ਬਜ਼ੁਰਗ ਹੈ, ਅਸੀਂ ਤਿੰਨੇ ਵਰਗਾਂ ਦੇ ਜਿਹੜੇ ਵਿਚਾਰ ਸੀ ਤੁਹਾਨੂੰ ਉਹ ਸੁਣਾਏ ਨੇ ਕਿ ਇਸ ਘਟਨਾਕ੍ਰਮ ਤੋਂ ਬਾਅਦ ਉਹਨਾਂ ਦੀ ਕੀ ਪ੍ਰਤੀਕਿਰਿਆ ਹੈ, ਕੀ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਤੁਸੀਂ ਸੁਣੇ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਸੁਣਨ ਤੋਂ ਬਾਅਦ ਕਿੰਨਾ ਕੁ ਉਹਨਾਂ ਦੇ ਜਿਹੜੇ ਵਿਚਾਰ ਆ, ਕਿਉਂਕਿ ਇਹ ਸਿੰਘੂ ਬਾਰਡਰ ਤੋਂ ਤੁਹਾਨੂੰ ਅਸੀਂ ਜਿਹੜੀ ਰਿਪੋਰਟ ਆ ਉਹ ਪੇਸ਼ ਕਰਕੇ ਦਿਖਾਈ ਆ। ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਹ ਸਾਨੂੰ ਦੱਸੋ ਕਿ ਤੁਸੀਂ ਜਿਹੜੇ ਇਹ ਬਿਆਨ ਹੈ ਵੱਖ-ਵੱਖ ਵਰਗ ਦੇ ਬਿਆਨ ਤੁਹਾਨੂੰ ਅਸੀਂ ਸੁਣਾਏ ਨੇ, ਤੁਸੀਂ ਇਹਨਾਂ ਤੋਂ ਕਿੰਨਾ ਕੁ ਸਹਿਮਤ ਜਾਂ ਅਸਹਿਮਤੀ ਪ੍ਰਗਟਾਉਂਦੇ ਹੋ? ਸਾਨੂੰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿਉਂਕਿ ਅਸੀਂ ਤੁਹਾਡੇ ਲਈ ਇਹ ਚੀਜ਼ਾਂ ਲਿਆ ਰਹੇ ਹਾਂ। ਸਾਨੂੰ ਇਹ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਅਸੀਂ ਤੁਹਾਨੂੰ ਨਿਰਪੱਖ ਰਹਿ ਕੇ ਜਿਹੜੀ ਜਾਣਕਾਰੀ ਆ ਉਹ ਦਈਏ। ਸਾਡਾ ਮਕਸਦ ਕੋਈ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ, ਨਾ ਹੀ ਕੋਈ ਅਜਿਹੀ ਚੀਜ਼ਾਂ ਜਿਹੜੀਆਂ ਤੁਹਾਡੇ ਕੋਲੋਂ ਵਿਸਰ ਜਾਣ। ਸਾਡਾ ਮਕਸਦ ਹੁੰਦਾ ਵੀ ਨਿਰਪੱਖ ਰਹਿ ਕੇ ਜਿਹੜਾ ਅਸਲੀ ਸੱਚਾਈ ਹੈ
ਉਹ ਤੁਹਾਨੂੰ ਬਿਆਨ ਕੀਤੀ ਜਾਵੇ। ਹੋ ਸਕਦਾ ਹੈ ਸਾਡੇ ਕਈ ਦਰਸ਼ਕ ਇਹਨਾਂ ਦੇ ਵਿਚਾਰਾਂ ਦੇ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਣ, ਕਈ ਸਹਿਮਤੀ। ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜੇਕਰ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਪ੍ਰਗਟਾਉਣਾ ਚਾਹੁੰਦੇ ਹੋ। ਜੇ ਗੱਲ ਕੀਤੀ ਜਾਵੇ ਅਸੀਂ ਗੱਲ ਕਰਦੇ ਹਾਂ ਹੋਰ ਜਿਹੜਾ ਸਾਡੇ ਮੁੱਖ ਵਿਸ਼ੇ ਨੇ ਉਹਨਾਂ ਪਰ ਮੈਂ ਵਾਪਸ ਲੈ ਕੇ ਆਉਂਦਾ, ਕਿਉਂਕਿ ਸਾਨੂੰ ਸਾਡੇ ਕਾਲਰਾਂ ਦੀ ਡਿਮਾਂਡ ਸੀ ਕਿ ਸਾਨੂੰ ਜਿਹੜੇ ਚੰਗੇ ਪੱਖ ਆ ਉਹ ਵੀ ਵਿਖਾਏ ਜਾਣ। ਇਹ ਤੁਹਾਨੂੰ ਵਿਖਾਇਆ ਸੀ ਅਸੀਂ ਚੜ੍ਹਦੀ ਕਲਾ ਜਿਹੜੀ ਸਿੰਘੂ ਬਾਰਡਰ 'ਤੇ ਆ, ਲੋਕਾਂ ਦੇ ਵਿੱਚ ਘਟਨਾਵਾਂ ਤੋਂ ਬਾਅਦ ਕਿਸ ਤਰ੍ਹਾਂ ਦਾ ਜਿਹੜਾ ਉੱਥੇ ਮਾਹੌਲ ਆ ਉਹਦੀ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਮੁਹੱਈਆ ਕਰਵਾਈ ਆ। ਜਿਹੜੇ ਕਿਸਾਨ ਨੇਤਾਵਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਿਹੜੇ ਜਾਰੀ ਹੋਏ ਨੇ ਉਹਨੂੰ ਵੀ ਲੈ ਕੇ ਹੈਲੋ ਜੀ, ਸਤਿ ਸ਼੍ਰੀ ਖਾਲਸਾ ਅਕਾਲ। ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ, ਸਤਿ ਸ਼੍ਰੀ ਅਕਾਲ ਜੀ। ਜੀ 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 ਮੈਂ ਤੁਹਾਡੇ ਕੁਝ ਹਾਂਜੀ ਜੀ ਜੀ ਨਾ ਕੁਝ ਹਾਂਜੀ ਗੱਲ ਇਹ ਹੈ ਕਿ ਮੇਨ ਤਾਂ ਸਾਰਿਆਂ ਨੂੰ ਪਤਾ ਕਿ ਜਦ ਦਾ ਇਹ ਸਟਾਰਟ ਹੋਇਆ ਇਹ ਪ੍ਰੋਟੈਸਟ ਉਹਦੀ ਗਵਰਨਮੈਂਟ ਕੋਲ ਆਪਣਾ ਨੰਬਰ ਟਾਈਮ ਵਰਤਦੀ ਆ ਕਿ ਇਹਨੂੰ ਕਿਸ ਤਰ੍ਹਾਂ ਫੇਰ ਕੀਤਾ ਜਾਵੇ ਜੀ। ਇਹ ਤਾਂ ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੁਝ ਉਹਨੇ ਲਾਲਚ ਦੇ ਕੇ ਕੋਈ ਲਾਲਚ ਬੰਦੇ ਨੇ ਲਾਲਚ ਆ ਕੇ ਚਰਚ ਵਿੱਚ ਲੜਾਈ ਵਾਲੇ ਚਰਚ ਵਾਲੇ ਉਹਨੇ ਵਿੱਚ ਕੁਝ ਆਪਣੇ ਪਾ ਕੇ ਉਹਨਾਂ ਵਾਲੀ ਸਰਕਾਰ ਤਾਂ ਹੈਗੀ ਹੈ ਜੀ। ਦੂਸਰੇ ਜਿਹੜੇ ਲਾਲਚ ਬੰਦੇ ਪੈਸੇ ਕੁਛ ਲਾਲਚ ਨਾਲ ਹੋਰ ਚੀਜ਼ਾਂ ਨੂੰ ਵਿੱਚ ਕੁਛ ਹੈਗੇ ਬੰਦੇ ਕਿ ਜਿਹੜੇ ਕੁਛ ਰਾਜ ਦੀ ਇੱਛਾ ਵੀ ਰੱਖਦੇ ਕਿ ਸਾਨੂੰ ਰਾਜ ਦਾ ਕੋਈ ਹਿੱਸਾ ਮਿਲ ਜਾਏਗਾ ਹਾਂਜੀ। ਤੇ ਜਿਸ ਤਰ੍ਹਾਂ ਇੱਕ ਬਣ ਵੀ ਸਕਦਾ ਹੁੰਦਾ ਕਿਸੇ ਉਦਮ ਤੇ ਰਾਜ ਮਿਲੇ ਸਭ ਸੁਖ ਹੋ ਤੇ ਸਿੰਤਾ ਹਾਂਜੀ। ਉਹ ਕਹਿੰਦੇ ਜਿਹੜੇ ਦਰਸ਼ਕ ਮਿੱਤਰ ਜਾਣ ਤਾਂ ਸਾਨੂੰ ਰਾਜ ਮਿਲ ਜਾਏ। ਕਹਿੰਦੇ ਜੇ ਰਾਜ ਕਿਸੇ ਨੇ ਲੈਣਾ ਉਹ ਇਸ ਤਰ੍ਹਾਂ ਨਹੀਂ ਮਿਲਦਾ, ਉਹ ਰਾਜ ਮਿਲਦਾ ਹੈ ਮਾਤਾ ਦੀ ਬਾਣੀ ਕਹਿ ਰਹੀ ਹੈ ਪਰਮੇਸ਼ਰ ਰਾਜੀ ਹੈ ਜਿੰਦੂ ਹੋਵੇ ਜੇ ਕੋਈ ਰਾਜ ਦੀ ਇੱਛਾ ਰੱਖਦਾ ਤਾਂ ਭਗਤੀ ਕਰੇ ਤਾਂ ਆਗੇ ਕਰਦੇ ਨੇ। ਸੋ ਇਸ ਕਰਕੇ ਜਿਹੜੇ ਬੰਦੇ ਨੇ ਇਹਨਾਂ ਨੂੰ ਥੋੜਾ ਜਿਹਾ ਇਹਦਾ ਕੰਮ ਚਾਹੀਦਾ ਕਿ ਇਹਨਾਂ ਦੇ ਨਾਲ ਜਿਹੜਾ ਮੋਹਰ ਨੇ ਉਹਨਾਂ ਨੂੰ ਸਾਥ ਉਸ ਤਰ੍ਹਾਂ ਦੇਣਾ ਚਾਹੀਦਾ ਜਿਸ ਤਰ੍ਹਾਂ ਉਹ ਆਪਾਂ ਨੂੰ ਸਾਥ ਉਹ ਮੰਗਦੇ ਨੇ। ਇਹ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਨਿਸ਼ਾਨ ਲਿਆ ਕੇ ਮੋਹਰੇ ਆਪਣੀ ਚੀਜ਼ ਦਿਖਾਈ ਦੇ ਕੇ ਹਾਂ ਵੀ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਤੇ ਅੰਦਰ ਕੁਛ ਹੋਵੇ ਬਾਹਰ ਹੋਵੇ ਉਹਦੇ ਸੱਚ ਦੀ ਲੋੜ ਆ। ਝੂਠ ਨੂੰ ਬਾਹਰ ਘਰ ਛੱਡ ਕੇ ਜਾਣਾ ਚਾਹੀਦਾ ਕਿ ਉਹਦੀ ਮਦਦ ਆਪਾਂ ਇਸ ਚੀਜ਼ ਦੀ ਕਰਾਂਗੇ। ਸਾਰਿਆਂ ਵਾਸਤੇ ਇਹ ਨਹੀਂ ਹੈ ਕਿ ਇੱਕ ਲੋਕ ਕਰ ਰਹੇ ਆਪਣੇ ਲਈ ਕਰ ਰਹੇ ਆ, ਇਹ ਤਾਂ ਸਾਰੇ ਆਪਣੇ ਸਾਰੇ ਦੇਸ਼ ਲਈ ਸਾਰਾ ਦੇਸ਼ ਦੀ ਮਦਦ ਕਰ ਰਿਹਾ, ਸਾਰਾ ਦੇਸ਼ ਇਸ ਨੂੰ ਸਮਝਦਾ। ਕਿੰਨੇ ਵਾਰ ਉਹਨੇ ਗਿਆਨ ਦੇ ਨਾਲ ਜਿਹੜੇ ਸਾਡੇ ਮੋਹਰੇ ਨੇ ਉਹਨੇ ਇੰਨਾ ਗਿਆਨ ਦਿੱਤਾ ਕਿ ਇਹਨਾਂ ਦਾ ਮੈਂ ਦੇਖਾ ਹੋਰ ਕਿਸੇ ਨੂੰ ਹੋਰ ਕੋਈ ਸਿੱਖਾਂ ਕੋਈ ਨਹੀਂ ਤੇ ਜਿੱਦਾਂ ਉਹਨੇ ਗਿਆਨ ਨਾਲ ਉਹ ਗਵਰਨਮੈਂਟ ਨੂੰ ਜਿੱਤਿਆ ਜੀ। ਅੱਜ ਤੇ ਇਹ ਚੀਜ਼ ਹੋਣੀ ਅੱਜ ਦੇ ਜਿਹੜੇ ਪਿਛਲੇ 2 ਮਹੀਨਿਆਂ ਚ ਦੇਖ ਕੇ ਉਹਦੀ ਜਿਹੜੀ ਉਹਨੇ ਮੂਵਮੈਂਟ ਕੀਤੀ ਗਵਰਨਮੈਂਟ ਨੇ ਹਰੇਕ ਮੂਵਮੈਂਟ ਨੂੰ ਇਸ ਪਾਰਟੀ ਨੇ ਮੋਹਰੇ ਜਿਹੜੀ ਇਸ ਵੇਲੇ ਹੈਗੀ ਆ ਇਹਨੂੰ ਜਿੱਤਿਆ। ਆਪਣੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਆਪਾਂ ਨੂੰ ਜਿਸ ਤਰ੍ਹਾਂ ਉਹਨਾਂ ਦਾ ਸਾਥ ਦੇਈਏ ਜਿਸ ਤਰ੍ਹਾਂ ਸਾਨੂੰ ਸਾਥ ਕਹਿੰਦੇ ਦਿਓ। ਅਸੀਂ ਕਈ ਵਾਰ ਆਪਣੇ ਨਾਲ ਇੱਛਾ ਰੱਖ ਕੇ ਸਾਥ ਦਿੰਦੇ ਆ। ਉਹ ਕਹਿੰਦੇ ਨਿਸ਼ਚਿਤ ਹੋ ਗਏ ਨਿਸ਼ਕਾਮਤਾ ਹੋ ਕੇ ਸਾਥ ਦਿਓ, ਆਪਣਾ ਮਨ ਮੋਹਰੇ ਰੱਖੋ, ਇਸ ਤਰ੍ਹਾਂ ਸਾਥ ਦਿਓ। ਇਸ ਤਰ੍ਹਾਂ ਦੀ ਸਪੋਰਟ ਬੰਦਿਆਂ ਨੂੰ ਕਰਨੀ ਚਾਹੀਦੀ ਹੈ ਤੇ ਪੂਰੀ ਉਹਨਾਂ ਦੇ ਮੁਤਾਬਕ ਦੀ ਸਪੋਰਟ ਕਰੀਏ। ਨਹੀਂ ਤਾਂ ਜੋ ਉੱਥੇ ਵੀ ਜੋ ਹੋਇਆ ਜਿੱਦਾਂ ਉੱਥੇ ਵੀ ਉਹਨਾਂ ਨੂੰ ਬਹੁਤ ਘੱਟ ਮੈਂਸ਼ਨ ਕੀਤਾ ਜਾਂਦਾ ਕਿ ਜਿੱਦਾਂ ਕਹਿੰਦੇ ਅਸੀਂ ਇੱਕ ਨੇ ਬਹੁਤ ਸੋਹਣੀ ਗੱਲ ਕਹੀ ਕਿ ਜ਼ਿਲ੍ਹੇ ਝੰਡਾ ਚਲਾਉਂਦੇ ਸੀਗੇ ਨਿਸ਼ਾਨ ਸਾਹਿਬ ਚਲੇ ਸ਼ਾਮ ਵੀ ਉਸੇ ਕੋਲ ਕੋਈ ਮਾਰੀ ਪੁਲਿਸ ਨੇ ਉਸ ਤੇਰੀ ਨੇ ਮਗਰੋਂ ਬੰਦੇ ਨੂੰ ਮਾਰ ਦਿੱਤੇ ਆ। ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਇਹ ਸਾਰਾ ਹੀ ਆ ਥੋੜਾ ਜਿਹਾ ਆਪਾਂ ਨੂੰ ਧਿਆਨ ਨੂੰ ਦੇਖਣਾ। ਇੱਥੋਂ ਇੱਕ ਹੋਰ ਸਬਕ ਬਹੁਤ ਸਿੱਖਣ ਵਾਲਾ ਆ ਕਿ ਜੋ ਹੋ ਰਿਹਾ ਤੇ ਇੱਕ ਸਿੱਖਿਆ ਬਹੁਤ ਵੱਡੀ ਮਿਲਦੀ ਆ ਕਿ ਜਿਹੜੀ ਮੱਤ ਲੈਣੀ ਚਾਹੀਦੀ ਉਹਦੇ ਤੋਂ ਕਿ ਆਪਣੇ ਆਗੂਆਂ ਦੇ ਹੁਕਮ ਦੇ ਨਾਲ ਉਹਨਾਂ ਦੇ ਜਿਸ ਤਰ੍ਹਾਂ ਸਾਨੂੰ ਕਹਿੰਦੇ ਅਸੀਂ ਉਹਨਾਂ ਦੇ ਪਿੱਛੇ ਤੁਰੀਏ ਸਾਨੂੰ ਉਸ ਤਰ੍ਹਾਂ ਚੱਲਣਾ ਚਾਹੀਦਾ। ਇਹ ਇੱਕ ਬੜੀ ਚੀਜ਼ ਨੂੰ ਸਮਝਣ ਦੀ ਲੋੜ ਹੈ, ਜਾਣਨ ਦੀ ਲੋੜ ਹੈ ਕਿ ਇਸ ਗੱਲ ਦੇ ਲੈਸਨ ਆ ਕਿ ਅੱਜ ਤੋਂ ਲੈ ਕੇ ਆਪਾਂ ਸਾਰੇ ਪਾਲਣ ਕਰੀਏ। ਜੋ ਸਾਡੇ ਮੋਹਰੇ ਨੇ ਜਿੰਨੇ ਵੀ ਹੈਗੇ 32 34 40 ਜੋ ਵੀ ਹੈਗੇ ਆ ਜੋ ਉਹ ਆਪਣੀ ਬੈਠ ਕੇ ਬਣਾਉਂਦੇ ਨੇ ਆਪਣਾ ਉਸ ਦੇ ਮੁਤਾਬਕ ਐਗਜ਼ੈਕਟਲੀ ਚੱਲੀ ਆਪਾਂ ਕਿਸੇ ਦੀ ਗੱਲ ਨਾ ਸੁਣੀਏ। ਜੀ ਸਿੰਘ ਸਾਹਿਬ ਅਸੀਂ ਤੁਹਾਡੇ ਕੋਲ ਸਿੰਘ ਸਾਹਿਬ ਅਸੀਂ ਜੀ ਜੀ ਬੋਲੋ। ਇਹ ਇੱਕ ਵੱਡਾ ਲੈਸਨ ਦੇ ਵਿੱਚ ਨਿਕਲਣਾ ਸ਼ਿਕਾ ਜੀ। ਸਿੰਘ ਸਾਹਿਬ ਅਸੀਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਮਰਥਕ ਬੈਠੇ ਨੇ ਉਹਨਾਂ ਦੇ ਮਨੋਬਲ ਕਿਸ ਤਰ੍ਹਾਂ ਦਾ ਸਥਿਤੀ ਮਾਨਸਿਕ ਸਥਿਤੀ ਕਿਸ ਤਰ੍ਹਾਂ ਦੀ ਇਸ ਘਟਨਾਕ੍ਰਮ ਤੋਂ ਬਾਅਦ? ਦੇਖੋ ਜੀ ਜਿਹੜੇ ਮੇਨ ਬੰਦੇ ਤੇ ਹੈਗੇ ਆ ਜਿਹੜੇ ਤਾਂ ਚੰਗੇ ਬੰਦੇ ਨੇ ਹੈਗੇ ਆ ਸੱਚ ਵਾਲੇ ਹੈਗੇ ਨਾ ਉਹ ਤਾਂ ਚਾਹੁੰਦੇ ਆ ਕਿ ਸਾਰੇ ਤਕਰੀਬਨ ਪਾਣੀ ਦੇ ਪਵਾਇਓ ਹਾਂ
ਕਿਉਂਕਿ ਉਹ ਸਾਰੇ ਜਾਣਦੇ ਨੇ, ਕਿਉਂਕਿ ਪਬਲਿਕ ਦੀ ਗੱਲ ਆ ਤੇ ਪਬਲਿਕ ਦੇ ਨਾਲ ਸਾਰੇ ਨੂੰ ਨਹੀਂ ਹੈਗਾ। ਕੁਝ ਬੰਦੇ ਹੈਗੇ ਜਿਹੜੇ ਖੁਦਗਰਜੀ, ਲਾਲਚੀ, ਆਪਣਾ ਸੋਚਦੇ ਨੇ, ਸਿਰਫ ਆਪਣੀ ਉਹਦੀ ਇੱਛਾ ਹੈਗੀਆਂ। ਜਿਹੜਾ ਬੰਦਾ ਇੱਛੇ ਹੁੰਦਾ ਉਹ ਤਾਂ ਹਮੇਸ਼ਾ ਮਾੜਾ ਹੁੰਦਾ ਜੀ, ਉਹਦੀ ਤਾਂ ਆਪਣੀ ਸੋਚ ਆਪਣੀ ਖੁਦਗਰਜੀ ਦੀ ਹੁੰਦੀ, ਲਾਲਚੀ ਹੁੰਦੀ ਹੈ। ਪਰ ਜਿਹੜੇ ਲਾਲਚ ਨਹੀਂ ਹੈ, ਬੰਦੇ ਸਿਰਫ ਸਰਕਾਰ ਦਾ ਸੋਚਦੇ ਆ ਜਾਂ ਪਬਲਿਕ ਦਾ, ਦੁਨੀਆ ਦਾ ਸੋਚਦੇ। ਸਰਬੱਤ ਦੇ ਭਲੇ ਦੀ ਗੱਲ ਹੋ ਰਹੀ ਹੈ, ਸਰਬੱਤ ਦਾ ਭਲਾ। ਹਾਂਜੀ ਇਹ ਸਾਰਾ ਸਰਬੱਤ ਦਾ ਭਲਾ ਹੋਇਆ। ਇਹਦੇ ਵਿੱਚ ਸਰਬੱਤ ਦਾ ਭਲਾ ਨਹੀਂ, ਸਿੱਖਾਂ ਦਾ ਸਾਰਾ ਸਰਬੱਤ ਦਾ ਭਲਾ। ਸਾਰੇ ਜਿਹੜੇ ਉੱਥੇ ਬੱਚੇ ਇਹਨੂੰ ਸਪੋਰਟ ਕਰਦੇ ਨੇ ਉਹ ਸਰਬੱਤ ਦੇ ਭਲੇ ਵਾਲੇ ਸੀ। ਉਹ ਆ ਜਾਂ ਸਰਬੱਤ ਭਲਾ ਨਹੀਂ ਬਣੂਗਾ। ਇੱਥੇ ਇਹ ਵੀ ਨਿਕਲਣਾ ਵਿੱਚੋਂ ਛਿੱਟਾ ਕਿ ਕੌਣ ਅਸਲੀ ਸਰਬੱਤ ਅਰਦਾਸ ਕਰੀਏ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਨਹੀਂ ਹੋਣਾ। ਅਸੀਂ ਅੰਦਰੋਂ ਅਸੀਂ ਸਾਡੀ ਕਰਨੀ ਕਿਹੜੀ ਆ, ਪ੍ਰੈਕਟੀਕਲ ਲਾਈਫ ਹਾਂ ਸਾਡੇ ਕੋਲ ਪ੍ਰੈਕਟੀਕਲ ਉਹ ਸਰਬੱਤ ਦਾ ਭਲਾ ਹੈਗਾ। ਤੇ ਅਸੀਂ ਮੂੰਹ ਬੋਲੇ ਤਾਂ ਕੁਛ ਨਹੀਂ ਹੋਣਾ, ਦੌੜ ਗਿਆ। ਉਹ ਕਿੱਦਾਂ ਦਾ ਬਾਣੀ ਦਾ ਇੱਕ ਸ਼ਬਦ ਹੁੰਦਾ ਜੀ, ਉਹ ਬਾਣੀ ਦਾ ਸ਼ਬਦ ਹੁੰਦਾ ਕਿ ਪੜੀਏ ਨਹੀਂ ਭੇਦ ਬੁਝੇ ਭਾਵਨਾ। ਸੋ ਭੇਦ ਜਿਹੜਾ ਇਹ ਕਹਿਣ ਦਾ ਨਾਲ ਇਹ ਹੈ ਕਿ ਮੈਂ ਕਹਿ ਦਿੰਦਾ ਮੈਂ ਚੰਗਾ ਆ, ਜਦੋਂ ਮੈਂ ਚੱਲਣਾ ਸੰਸਾਰ ਦੇ ਵਿੱਚ ਵਿਚਰਨਾ, ਉਸ ਲਈ ਉਹ ਮੇਰੀ ਲੋਕਾਂ ਨੇ ਦੇਖਣਾ ਕਿ ਚੰਗਾ ਕਮਾੜਾ ਆ ਜੀ। ਹੁਣ ਇੱਥੇ ਸਾਰੀ ਸੱਚ ਦਾ ਝੂਠ ਤੇ ਚੰਗੇ ਮਾੜੇ ਦੀ ਬੰਦੇ ਦੀ ਪਛਾਣ ਹੋ ਰਹੀ ਆ ਇੱਥੇ ਸੰਸਾਰ ਦੇ ਵਿੱਚ। ਜੋ ਇਹ ਹੋ ਰਿਹਾ ਇਹ ਸਾਰੇ ਸੰਸਾਰ ਨੇ, ਜਿੱਥੇ ਮੈਨੂੰ ਲੱਗਦਾ ਬੜੇ ਭਲੇ ਨੇ ਹੋ ਰਿਹਾ, ਇੱਥੇ ਸਾਰੇ ਚੰਗੇ ਮਾੜੇ ਹੁਣ ਸੈਪਰੇਟ ਹੋਣੇ ਆ। ਜਿੱਦਾਂ ਕਿ ਧਰਮਰਾਜ ਦੀ ਕਚਹਿਰੀ ਚ ਹੁੰਦੇ ਆ, ਧਰਮਰਾਜ ਦੀ ਕਚਹਿਰੀ ਚ ਹੁੰਦੇ ਨੇ ਚੰਗੇ ਮਾੜੇ ਸੈਪਰੇਟ। ਇੱਥੇ ਵੀ ਜਿਹੜੇ ਕਰਮ ਸਾਡੇ ਸੈਪਰੇਟ ਕੀਤੇ ਜਾਂਦੇ ਆ, ਇੱਥੇ ਵੀ ਮੈਨੂੰ ਲੱਗਦਾ ਕਿ ਇਹ ਚੰਗੇ ਮਾੜੇ ਬੰਦੇ ਦੀ ਪਛਾਣ ਹੋ ਰਹੀ ਤੇ ਮਾਲਕ ਕਰ ਰਿਹਾ ਕਿਸ ਤਰੀਕੇ ਦੇ ਨਾਲ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਫਤਿਹ। ਅਸੀਂ ਹਮਾਇਤ ਕਰਦੇ ਹਾਂ ਸਿੰਘ ਜੀ ਦੇ ਜਿਹੜੇ ਵਿਚਾਰ ਹੈ, ਕਿਉਂਕਿ ਉਹਨਾਂ ਨੇ ਬਹੁਤ ਹੀ ਸੋਚ ਸਮਝ ਕੇ ਜਿਹੜਾ ਦਾ ਉਹਨਾਂ ਦਾ ਇੱਕ ਇੱਕ ਸ਼ਬਦ ਆ ਉਹਦੇ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾਂ ਦਾ ਜਿਹੜਾ ਮੁੱਖ ਸੰਕਲਪ ਸੀ ਗੱਲਬਾਤ ਕਰਨ ਦਾ, ਉਹਨਾਂ ਦਾ ਇਹ ਸੀ ਕਿ ਵੱਖ-ਵੱਖ ਵਰਗਾਂ ਦੇ, ਧਰਮਾਂ ਦੇ ਜਿਹੜੇ ਲੋਕ ਆ ਉਹ ਸ਼ਮੂਲੀਅਤ ਕਰ ਰਹੇ ਨੇ, ਕਿਉਂਕਿ ਕਿਸੇ ਵੀ ਅੰਦੋਲਨ ਨੂੰ ਸਫਲਤਾ ਵੱਲ ਲਿਜਾਣ ਦੇ ਲਈ ਆਵਾਮ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਆਵਾਮ ਇਹ ਨਹੀਂ ਕਹਿ ਸਕਦੇ ਕਿ ਇੱਕ ਖਾਸ ਖਿੱਤਾ ਜਾਂ ਵਰਗ ਜਾਂ ਧਰਮ ਦੀ ਹੀ ਹੋਵੇ। ਜੇਕਰ ਪੂਰਾ ਭਾਰਤ ਦੇ ਵਿੱਚ ਦੇਖਿਆ ਜਾਵੇ, ਭਾਰਤ ਤਾਂ ਪਹਿਲਾਂ ਹੀ ਵੱਖ-ਵੱਖ ਜਾਤਾਂ, ਧਰਮ, ਨਸਲ, ਗੋਤਾਂ ਦੇ ਆਧਾਰਿਤ 'ਤੇ ਬਹੁਤ ਵੱਡੀ ਵੰਡ ਕੀਤੀ ਗਈ ਆ, ਜਿਹਦਾ ਭਰਪੂਰ ਫਾਇਦਾ ਰਾਸ਼ਟਰੀ ਲੋਕ ਆ ਜਿਹੜੇ ਉਹ ਲੈਂਦੇ ਨੇ, ਪਹਿਲਾਂ ਤੋਂ ਵੀ ਲੈਂਦੇ ਨੇ ਅਤੇ ਹੁਣ ਵੀ ਲੈਂਦੇ ਰਹੇ ਨੇ। ਇਸ ਅੰਦੋਲਨ ਦੇ ਵਿੱਚ ਜੇ ਵੇਖਿਆ ਜਾਵੇ, ਵਰਗਾਂ, ਧਰਮਾਂ, ਜਾਤਾਂ ਤੋਂ ਉੱਪਰ ਉੱਠ ਕੇ ਇੱਕ ਜਿਹੜੀ ਨਵੀਂ ਸੋਚ ਪੈਦਾ ਹੋਈ ਸੀ। ਸਿੱਖ ਧਰਮ ਦਾ ਜਿਹੜਾ ਮੂਲ ਸੰਕਲਪ ਸੀ, ਸਿੱਖ ਧਰਮ ਦੇ ਵਿੱਚ ਬਰਾਬਰਤਾ ਦਾ, ਭਾਵੇਂ ਉਹ ਸੰਕਲਪ ਹੋਵੇ, ਭਾਵੇਂ ਸਰਬੱਤ ਦੇ ਭਲੇ ਦਾ ਸੰਕਲਪ ਹੋਵੇ, ਭਾਵੇਂ ਚੜ੍ਹਦੀ ਕਲਾ ਦੇ ਭਲੇ ਦਾ ਸੰਕਲਪ ਹੋਵੇ, ਜਿਹੜੇ ਸੰਕਲਪ ਸੀ ਉਹਨਾਂ ਨੂੰ ਇਹ ਅੰਦੋਲਨ ਬਾਖੂਬੀ ਦਰਸਾ ਰਿਹਾ ਸੀ। ਸਿੰਘ ਸਾਹਿਬ ਦੇ ਜਿਹੜੇ ਵਿਚਾਰ ਆ, ਅਸੀਂ ਉਹਨਾਂ ਨਾਲ ਪੂਰੀ ਤਰ੍ਹਾਂ ਹਮਾਇਤ ਕਰਦੇ ਹਾਂ ਕਿ ਜਿਸ ਸਥਿਤੀ 'ਤੇ ਅਸੀਂ ਹੁਣ ਨਾਜ਼ੁਕ ਸਥਿਤੀ ਦੇ ਉੱਪਰ ਆ ਕੇ ਖੜ੍ਹੇ ਹਾਂ, ਉਸ ਸਥਿਤੀ ਦੇ ਉੱਪਰ ਸਾਨੂੰ ਬਹੁਤ ਹੀ ਸੋਚ ਸਮਝ ਕੇ ਚੱਲਣਾ ਪਵੇਗਾ, ਕਿਉਂਕਿ ਜੇ ਵੇਲਾ ਹੱਥੋਂ ਲੰਘਿਆ ਹੋਇਆ ਵੇਲਾ ਹੱਥੋਂ ਫਿਰ ਪਿੱਛੋਂ ਪਛਤਾਵਾ ਹੀ ਹੋਵੇਗਾ। ਇਸ ਵੇਲੇ ਅਜਿਹੀ ਕੋਈ ਵੀ ਘਟਨਾ ਨਾ ਵਾਪਰੇ ਜਿਹਦੇ ਨਾਲ ਦੇਸ਼ ਦੇ ਵਿੱਚ ਪੂਰਾ ਇਸ ਅੰਦੋਲਨ ਦਾ ਜਿਹੜਾ ਪ੍ਰਭਾਵ ਹੈ ਉਹ ਨੈਗੇਟਿਵ ਜਾਵੇ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਜਿਹੜਾ ਮੁੱਖ ਮੰਤਵ ਹੈ ਇਸ ਅੰਦੋਲਨ ਦਾ, ਉਸ 'ਤੇ ਹੀ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ। ਅਸੀਂ ਧੰਨਵਾਦ ਹੈ ਸਿੰਘ ਸਾਹਿਬ, ਤੁਹਾਡੇ ਵਡਮੁੱਲੇ ਵਿਚਾਰ ਤੁਸੀਂ ਸਾਨੂੰ ਦੱਸੇ। ਗੱਲਬਾਤ ਕਰ ਰਹੇ ਸੀ ਕਿਸਾਨ ਨੇਤਾਵਾਂ ਖਿਲਾਫ ਜਿਹੜਾ ਲੁੱਕ ਆਊਟ ਦਾ ਨੋਟਿਸ ਹੋਇਆ ਜੀ, ਜਿਹੜਾ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਵਰਤਾਰੇ ਵਰਤ ਰਹੇ ਨੇ, ਅਸੀਂ ਗੱਲ ਕਰ ਰਹੇ ਸੀ ਕਿ ਸੰਜਮ ਅਤੇ ਜਿਹੜੀ ਸਹਿਜ ਆ ਉਹਦੇ ਵਿੱਚ ਰਹਿ ਕੇ ਸਾਨੂੰ ਇਹ ਅਗਵਾਈ ਕਰਨੀ ਚਾਹੀਦੀ ਅੰਦੋਲਨ ਦੀ। ਪਰ ਪਿਛਲੇ ਦਿਨੀ ਘਟਨਾਵਾਂ ਜਿਹੜੀਆਂ ਉਹ ਆ ਰਹੀਆਂ ਨੇ, ਕੱਲ੍ਹ ਵੀ ਹੋਈ ਆ, ਕੱਲ੍ਹ ਕੁਝ ਬੰਦੇ ਕੀ ਤਿਰੰਗੇ ਦਾ ਸਾਡਾ ਵਿਰੋਧ ਜਿਹੜੀ ਸਤਿਕਾਰ ਸੀ ਉਹ ਬਰਕਰਾਰ ਨਹੀਂ ਰੱਖਿਆ, ਤਿਰੰਗੇ ਦੀ ਸਨਮਾਨ ਬਰਕਰਾਰ ਨਹੀਂ ਰੱਖਿਆ। ਇਹਦੇ ਕਰਕੇ ਕੁਝ ਲੋਕ ਆ ਜਿਹੜੇ ਸਿੰਘੂ ਬਾਰਡਰ 'ਤੇ ਆਏ ਸੀ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇੱਥੋਂ ਹਟੋ। ਅਤੇ ਇਸ ਵੇਲੇ ਦੀ ਜਿਹੜੀ ਘਟਨਾ, ਇਸ ਵੇਲੇ ਦੀ ਜਿਹੜੀ ਵੱਡੀ ਖਬਰ ਸਾਨੂੰ ਪ੍ਰਾਪਤ ਹੋ ਰਹੀ ਹੈ, ਕਿਉਂਕਿ ਅਸੀਂ ਕਿਸੇ ਤਰ੍ਹਾਂ ਦਾ ਭੜਕਾਓ ਨਹੀਂ ਚਾਹੁੰਦੇ, ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਿੰਘੂ ਬਾਰਡਰ 'ਤੇ ਇਸ ਵੇਲੇ ਕੁਝ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੋ ਰਹੀਆਂ ਨੇ। ਪੂਰੀ ਤਰ੍ਹਾਂ ਉਹਨਾਂ ਦੀ ਪੁਸ਼ਟੀ ਨਹੀਂ ਹੋ ਰਹੀ, ਪਰ ਇਹ ਖਬਰ ਆ ਰਹੀ ਹੈ ਨਿਕਲ ਕੇ ਕਿ ਸਿੰਘੂ ਬਾਰਡਰ 'ਤੇ ਇਸ ਵੇਲੇ ਆਪਸੀ ਜਿਹੜੇ ਵਿਚਾਰ ਆ ਉਹ ਟਕਰਾ ਰਹੇ ਨੇ।
ਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸ ਵੇਲੇ। ਭਾਵੇਂ ਗਾਜੀਪੁਰ ਜਿਹੜੇ ਰਾਤ ਸੀ ਉਹ ਗਾਜੀਪੁਰ ਬਾਰਡਰ ਦੇ ਉੱਪਰ ਬਹੁਤ ਜਿਹੜੀ ਸਥਿਤੀ ਦੀ ਚਿੰਤਾਜਨਕ ਸੀ, ਬਹੁਤ ਜਿਹੜਾ ਉੱਥੇ ਇਹ ਲੱਗ ਰਿਹਾ ਸੀ ਕਿ ਮੀਡੀਆ ਵੱਲੋਂ ਤਾਂ ਇਹੀ ਪ੍ਰਚਾਰਿਆ ਜਾ ਰਿਹਾ ਸੀ ਕਿ ਗਾਜੀਪੁਰ ਦਾ ਜਿਹੜਾ ਬਾਰਡਰ ਆ ਉਹ ਚੱਕਿਆ ਜਾਵੇਗਾ, ਪਰ ਰਾਤ ਕੁਝ ਅਜਿਹੇ ਹਾਲਾਤ ਵਾਪਰੇ ਕਿ ਲੋਕਾਂ ਨੇ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ। ਗਾਜੀਪੁਰ ਦੀ ਸਥਿਤੀ ਠੀਕ ਹੈ, ਪਰ ਅਸੀਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਕਿ ਸਿੰਘੂ ਬਾਰਡਰ ਦੇ ਜਿਹੜੇ ਹਾਲਾਤ ਆ ਇਸ ਵੇਲੇ ਤਣਾਅਪੂਰਨ ਹੋ ਚੁੱਕੇ ਨੇ। ਸਿੰਘੂ ਬਾਰਡਰ ਦੇ ਉੱਪਰ ਜਿਹੜੇ ਉੱਥੇ ਦੇ ਲੋਕਲ ਵਸਿੰਦੇ ਨੇ ਉਹਨਾਂ ਦੇ ਵਿਚਕਾਰ ਤੇ ਸਿੰਘੂ ਬਾਰਡਰ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿਚਕਾਰ ਤਣਾਅਪੂਰਨ ਸਥਿਤੀ ਬਣ ਗਈ ਆ। ਇੱਕ ਪੁਲਿਸ ਵਾਲਾ ਕਰਮਚਾਰੀ ਆ ਉਹਦੇ ਜ਼ਖਮੀ ਹੋਣ ਦੀ ਜਿਹੜੀ ਅਪਡੇਟ ਆ ਰਹੀ ਆ। ਪੁਲਿਸ ਵੱਲੋਂ ਗੋਲੇ ਸਿੱਟੇ ਗਏ ਨੇ, ਅਥਰੂ ਗੈਸ ਟੀਅਰ ਗੈਸ ਦਾ ਇਸਤੇਮਾਲ ਕੀਤਾ ਗਿਆ ਹੈ, ਲਾਠੀ ਚਾਰਜ ਵੀ ਕੀਤੀ ਜਾ ਰਹੀ ਹੈ। ਇਸ ਵਿੱਚ ਇਹ ਸਾਹਮਣੇ ਆ ਰਿਹਾ ਨਿਕਲ ਕੇ ਕਿ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜਿਹੜਾ ਸਿੰਘੂ ਬਾਰਡਰ ਹੈ ਇਹਦੇ ਉੱਪਰ ਦਬਾਅ ਬਣਾਇਆ ਜਾਵੇ, ਕਿਸੇ ਨਾ ਕਿਸੇ ਤਰੀਕੇ ਜਿਹੜੇ ਉੱਥੇ ਕਿਸਾਨ ਹੈ ਉਹਨਾਂ ਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ, ਅਸੀਂ ਚਾਹੁੰਦੇ ਹਾਂ ਕਿ ਅਪਡੇਟ ਅਸੀਂ ਤੁਹਾਡੇ ਨਾਲ ਪਹੁੰਚਾਉਂਦੇ ਹਾਂ। ਅਸੀਂ ਕਾਲ ਲੈਂਦੇ ਹਾਂ ਜੀ। हेलो हाँ जी हरकीरत जी हेलो। इस टाइम यहाँ पर जी सिचुएशन काफी हालात काफी खराब हो चुके हैं। ਟੈਕਨੀਕਲ ਪ੍ਰੋਬਲਮ ਆ ਰਹੀਆਂ, ਅਪਡੇਟ ਸਾਡੀ ਜਿਹੜੀ ਉਹ ਮਿਲਦੀ ਰਹੇਗੀ ਤੁਹਾਡੇ ਨਾਲ। ਜਿਹੜੇ ਵਿਚਾਰ ਆ ਅਸੀਂ ਦੱਸਦੇ ਹਾਂ ਤੁਹਾਨੂੰ ਵੀ ਸਿੰਘੂ ਬਾਰਡਰ ਦੀ ਜਿਹੜੀ ਸਥਿਤੀ ਹੈ ਉਹ ਇਸ ਵੇਲੇ ਜਿਹੜੀ ਹੈ ਚਿੰਤਾਜਨਕ ਹੈ। ਉੱਥੇ ਦਾ ਜਿਹੜਾ ਮਾਹੌਲ ਹੈ ਤਣਾਅਪੂਰਨ ਹੈ, ਕਿਉਂਕਿ ਕੱਲ੍ਹ ਵੀ ਕੋਸ਼ਿਸ਼ ਕੀਤੀ ਗਈ ਸੀ, ਕੁਝ ਜਿਹੜੇ ਲੋਕਲ ਆ ਉਹ ਭੇਜੇ ਗਏ ਸੀ, ਉਹਨਾਂ ਵਿੱਚ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਕਿ ਤੁਸੀਂ ਇਹ ਜਗ੍ਹਾ ਜਿਹੜੀ ਖਾਲੀ ਕਰੋ। ਤਿਰੰਗੇ ਦਾ ਜਿਹੜਾ ਵੱਡਾ ਮਸਲਾ ਉਹ ਜਿਹੜਾ ਸਾਹਮਣੇ ਨਿਕਲ ਕੇ ਆਇਆ ਤੇ ਅੱਜ ਵੀ ਉਹੀ ਜਿਹੜੀ ਘਟਨਾਕ੍ਰਮ ਜਿਹਦਾ ਡਰ ਸੀ ਕੱਲ੍ਹ ਕਿ ਇਹ ਜਿਹੜਾ ਵਿਰੋਧ ਆ ਇਹ ਲਗਾਤਾਰ ਕਿਤੇ ਵਧੇ ਨਾ, ਕਿਉਂਕਿ 26 ਦੀ ਘਟਨਾਕ੍ਰਮ ਨੂੰ ਲੈ ਕੇ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਜਿਹੜੇ ਦੇਸ਼ ਵਾਸੀ ਨੇ ਉਹਨਾਂ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਲੈ ਕੇ, ਕਿਉਂਕਿ ਪਰੋਸਿਆ ਹੀ ਇਸ ਤਰ੍ਹਾਂ ਜਾ ਰਿਹਾ ਹੈ ਕਿ ਅੰਦੋਲਨ ਨੂੰ ਜਿਹੜੀ ਢਾਲ ਲੱਗੇ, ਉਹ ਕਿਤੇ ਨਾ ਕਿਤੇ ਜਿਹੜੀਆਂ ਲੱਗ ਰਿਹਾ ਸੀ ਕਿ ਅੱਗੇ ਇਹ ਸਮੱਸਿਆਵਾਂ ਅੰਦੋਲਨ ਨੂੰ ਵਧਣਗੀਆਂ। ਅਸੀਂ ਕਾਲ ਲੈਂਦੇ ਹਾਂ, ਸਾਨੂੰ ਇੱਕ ਕਾਲ ਆ ਰਹੀ ਹੈ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੀ, ਕੀ ਸਥਿਤੀ ਹੈ ਜੀ? ਸਥਿਤੀ ਕੀ ਹੈ ਜੀ ਇਸ ਵੇਲੇ? ਜੀ ਇੱਥੇ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀ ਬਹੁਤ ਬੜੀ ਝੜਪ ਹੋ ਚੁੱਕੀ ਹੈ। ਪੁਲਿਸ ਨੇ ਲਾਠੀ ਚਾਰਜ ਕੀਤਾ ਹੈ, ਆਸੂ ਗੈਸ ਦੇ ਗੋਲੇ ਚਲਾਏ ਹੈ ਤੇ ਇੱਥੇ ਫਾਇਰਿੰਗ ਵੀ ਕੀਤੀ ਹੈ। ਕਿਸਾਨਾਂ ਦੇ ਜਿਹੜੇ ਟੈਂਟ ਸੀਗੇ, ਟਰਾਲੀਆਂ ਸੀਗੀ, ਉਹ ਤੋੜ ਤਾੜ ਦਿੱਤੀ ਹੈ ਜੀ। ਤੇ ਪੁਲਿਸ ਕਾਫੀ ਤਰੀਕੇ ਤੋਂ ਮਤਲਬ ਹਵਾ ਵਿੱਚ ਫਾਇਰ ਕਰ ਰਹੀ ਹੈ, ਲਾਠੀ ਚਾਰਜ ਕਰ ਰਹੀ ਹੈ। ਕਾਫੀ ਕਿਸਾਨ ਜ਼ਖਮੀ ਵੀ ਹੋਏ ਹੈ ਇਹਦੇ ਵਿੱਚ ਤੇ ਹਾਲਾਤ ਬੜੇ ਨਾਜ਼ੁਕ ਲੱਗ ਰਹੇ ਆ ਬਲ ਸਾਹਿਬ ਇੱਥੇ ਇਸ ਟਾਈਮ ਸਿੰਘੂ ਬਾਰਡਰ ਤੇ ਜੀ। ਕਿਸਾਨਾਂ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੀ ਜਾਂ ਸਿਰਫ ਪੁਲਿਸ ਹੀ ਲਾਠੀ ਚਾਰਜ ਹੋ ਰਹੀ ਹੈ? नहीं, किसान अपन बचाने की कोशिश कर रहे हैं, वो नारेबाजी कर रहे हैं कि असी लड़ना नहीं, असी प्रॉपर धरना दे रहे हैं। लेकिन मैनू लगता है कि सरकार ने लोकल जिहड़े पिंड दे लोकल लोकी हैं उन्होंने अपने साइड से करके इन्हां ते ज्यादा एक दबाव पाने की कोशिश कर रही है इस टाइम जी जी। ते ये हाल है जी इत्थे जी जी। धन्यवाद। जिवें पुलिस की पूरी कोशिश है कि जिन्ने भी प्रदर्शनकारी उन्होंने इत्थों दी हटाया जाए, लेकिन किसान जिहड़ा कह रहे हैं कि असी हटांगे नहीं, असी इत्थे डटे रहेंगे, असी मर जाएंगे लेकिन असी अपनी जान दे देंगे, लेकिन अपनी जगह नहीं छड्डांगे जी। धन्यवाद जी। जिवें अपडेट है ਜਿਹੜਾ ਤੁਹਾਨੂੰ ਕਾਲ ਰਾਹੀਂ ਜਿਹੜੀ ਉੱਥੇ ਦੀ ਸਥਿਤੀ ਹੈ ਤੁਹਾਨੂੰ ਦੱਸ ਰਹੇ ਹਾਂ ਕਿ ਉੱਥੇ ਦਾ ਜਿਹੜਾ ਮਾਹੌਲ ਹੈ ਤਣਾਅਪੂਰਨ ਹੈ। ਕਿਸਾਨ ਡਿਫੈਂਸ ਤੇ ਨੇ ਇਸ ਵੇਲੇ, ਕਿਸਾਨ ਕਿਸੇ ਤਰ੍ਹਾਂ ਦੀ ਜਿਹੜੀ ਹਿੰਸਾ ਨਹੀਂ ਚਾਹੁੰਦੇ, ਕਿਸਾਨ ਆਪਣੇ ਆਪ ਨੂੰ ਬਚਾ ਰਹੇ ਨੇ। ਜਿਵੇਂ ਤੁਹਾਨੂੰ ਸਾਡੇ ਸਹਿਯੋਗੀਆਂ ਨੇ ਦੱਸ ਦਿੱਤਾ ਹੈ ਕਿ ਜਿਹੜੀ ਸਥਿਤੀ ਹੈ ਤਣਾਅਪੂਰਨ ਹੈ। ਲੋਕਲ ਉੱਥੇ ਆਉਂਦੇ ਨੇ, ਲੋਕਲਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਲੋਕਲਾਂ ਨੂੰ ਇਸ ਵੇਲੇ ਸਾਈਡ ਪਰ ਕਰਕੇ ਜਿਹੜੀ ਟਾਰਗੇਟ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ। ਟਾਰਗੇਟ ਦੇ ਵਿੱਚ ਜਿਵੇਂ ਤੁਸੀਂ ਸੁਣਿਆ ਕਿ ਆਸੂ ਗੈਸ ਦੇ ਜਿਹੜੇ ਗੋਲੇ ਆ ਉਹ ਵੀ ਛੱਡੇ ਗਏ ਨੇ, ਫਾਇਰਿੰਗ ਹੋ ਰਹੀ ਆ, ਹਵਾਈ ਫਾਇਰਿੰਗ ਹੋ ਰਹੀ ਆ, ਲਾਠੀ ਚਾਰਜ ਹੋ ਰਹੀ ਆ। ਜਿਹੜਾ ਭੰਨ ਤੋੜ ਦੀ ਉਹ ਵੀ ਜਿਹੜੀ ਖਬਰ ਆ ਅੱਗੇ ਨਿਕਲ ਕੇ ਆ ਰਹੀ ਆ। ਇਸ ਵੇਲੇ ਇੱਕ ਵੱਡਾ ਚੈਲੰਜ, ਕਿਉਂਕਿ ਰਾਤ ਗਾਜੀਪੁਰ ਜਿਹੜਾ ਸਫਲ ਨਹੀਂ ਹੋ ਸਕਿਆ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਕਿਸਾਨ ਨੇ ਉਹ ਇੱਥੋਂ ਉੱਠ ਕੇ ਚਲੇ ਜਾਣ। ਇਸ ਵੇਲੇ ਸਿੰਘੂ ਬਾਰਡਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਪੂਰੀ ਜਿਹੜੀ ਸੋਚ ਸਮਝ ਕੇ ਕਦਮ ਹੈ ਇਸ ਵੇਲੇ ਚੱਕਣੇ ਪੈਣੇ ਨੇ। ਬਹੁਤ ਹੀ 26 ਦਾ ਜਿਹੜਾ ਡਰ ਸੀ ਜਿਹੜੇ ਸਮਰਥਕਾਂ ਨੂੰ, ਕਿਸਾਨ ਆਗੂਆਂ ਨੂੰ ਜਿਹੜਾ ਡਰ ਸੀ ਕਿ
ਭਵਿੱਖ ਦੇ ਵਿੱਚ ਇਸ ਘਟਨਾਕ੍ਰਮ ਤੋਂ ਬਾਅਦ ਸਰਕਾਰ ਐਕਸ਼ਨ ਜਿਹੜੀ ਸਖਤ ਲਵੇਗੀ, ਭਾਵੇਂ ਕਿ ਉੱਥੇ ਸਹਿਜ ਦੇ ਵਿੱਚ ਅਹਿੰਸਾ ਦੇ ਰੂਪ ਦੇ ਵਿੱਚ ਲੋਕ ਬੈਠੇ ਨੇ, ਪਰ ਜਿਹੜੀ ਸਰਕਾਰ ਦੀਆਂ ਨੀਤੀਆਂ ਉਹ ਵਿਖਾਈ ਦੇ ਰਹੀਆਂ ਨੇ। ਲੋਕਤੰਤਰ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਧਰਨਾ ਦਿੱਤਾ ਜਾ ਰਿਹਾ ਉਹ ਲੋਕਤੰਤਰ 'ਤੇ ਵੀ ਇੱਕ ਵੱਡਾ ਸਵਾਲ ਉੱਠ ਰਿਹਾ। ਇੱਕ ਜਿਹੜੀ ਸਥਿਤੀ ਹੈ ਚਿੰਤਾਪੂਰਕ ਹੈ, ਤਣਾਅਪੂਰਨ ਹੈ। ਅਸੀਂ ਅਰਦਾਸ ਹੀ ਕਰਾਂਗੇ ਅਕਾਲ ਪੁਰਖ ਵਾਹਿਗੁਰੂ ਅੱਗੇ ਵੀ ਜਿਹੜੇ ਸਾਡੇ ਕਿਸਾਨ ਸਮਰਥਕ ਨੇ, ਜਿਹੜੇ ਉੱਥੇ ਬੈਠੇ ਨੇ ਅਹਿੰਸਾ ਦੇ ਵਿੱਚ ਬੈਠੇ ਨੇ, ਉਹਨਾਂ ਦੇ ਜ਼ਿਆਦਾ ਜਿਹੜਾ ਪ੍ਰਸ਼ਾਸਨ ਦਬਾਅ ਨਾ ਬਣਾਵੇ। ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੈ, ਕਿਉਂਕਿ ਮਾਲੀ ਨੁਕਸਾਨ ਦੀ ਤਾਂ ਭਰਪਾਈ ਹੋ ਜਾਵੇਗੀ, ਪਰ ਕਿਸਾਨ ਆਗੂ ਮੁੜ ਇਹੀ ਦੁਹਾਈ ਦਿੰਦੇ ਰਹੇ ਨੇ ਕਿ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਜੇਕਰ ਇਹੀ ਖਤਮ ਹੋ ਗਈ, ਅਸੀਂ ਨਹੀਂ ਮਰਵਾਉਣਾ ਚਾਹੁੰਦੇ ਮਾਵਾਂ ਦੇ ਪੁੱਤ, ਜੇਕਰ ਇਹੀ ਖਤਮ ਹੋ ਗਈ ਤਾਂ ਅਸੀਂ ਜ਼ਮੀਨਾਂ ਵੀ ਕਿਸ ਸਾਡੇ ਕੰਮ ਦੀਆਂ ਨੇ। ਕਿਉਂਕਿ ਪੀੜ੍ਹੀ ਜੇ ਸਾਡੀ ਨੌਜਵਾਨ ਪੀੜ੍ਹੀ ਸਲਾਮਤ ਰਹੂਗੀ ਤਾਂ ਹੀ ਅੱਗੇ ਅਸੀਂ ਜਿਹੜਾ ਸਾਡੀਆਂ ਜ਼ਮੀਨਾਂ ਇਹ ਸਲਾਮਤ ਰਹਿਣਗੀਆਂ। ਪਰ ਉਲਟ ਦਿਖਦਾ ਨਜ਼ਰ ਆ ਰਿਹਾ। ਇਸ ਵੇਲੇ ਜਿਹੜੇ ਤਣਾਅ ਨੇ ਉਹ ਬਹੁਤ ਚਿੰਤਾਜਨਕ ਬਣ ਚੁੱਕੇ ਨੇ ਸਿੰਘੂ ਬਾਰਡਰ ਦੇ। ਵੇਖਦੇ ਹਾਂ ਕਿ ਅੱਗੇ ਦੀ ਜਿਹੜੀ ਕਾਰਵਾਈ ਆ ਉਹ ਕਿਵੇਂ ਹੋਵੇਗੀ। ਜਿਹੜੇ ਵਰਤਾਰੇ ਵਰਤਨੇ ਨੇ 26 ਤੋਂ ਬਾਅਦ ਕੋਈ ਚੰਗੀਆਂ ਖਬਰਾਂ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਨਹੀਂ ਆ ਰਹੀਆਂ, ਭਾਵੇਂ ਕਿ ਰਾਤ ਗਾਜੀਪੁਰ ਦੇ ਬਾਰਡਰ ਤੋਂ ਜਿਹੜੀ ਚੰਗੀ ਖਬਰ ਆਈ ਸੀ ਕਿ ਉੱਥੇ ਲੋਕਾਂ ਨੇ ਜਿਹੜੇ ਸਮਰਥਕ ਨੇ ਉਹਨਾਂ ਨੇ ਵੱਡੀ ਤਾਦਾਦ ਦੇ ਵਿੱਚ ਉੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਵੇਖਦੇ ਹਾਂ ਹੁਣ ਅੱਗੇ ਦੀ ਜਿਹੜੀ ਰਣਨੀਤੀ ਹੋਵੇਗੀ, ਕਿਉਂਕਿ ਇੱਕ ਬਹੁਤ ਵੱਡਾ ਚੈਲੰਜ ਆ ਗਿਆ ਕਿਸਾਨ ਆਗੂਆਂ ਦੇ ਉੱਪਰ। ਵਾਰ-ਵਾਰ ਬਲਵੀਰ ਸਿੰਘ ਰਾਜੇਵਾਲ ਇਹੀ ਕਹਿੰਦੇ ਆ ਰਹੇ ਨੇ ਕਿ ਜੇਕਰ ਹਿੰਸਾ ਹੁੰਦੀ ਹੈ ਇਸ ਅੰਦੋਲਨ ਦੇ ਵਿੱਚ ਤਾਂ ਇਹ ਅੰਦੋਲਨ ਅਸਫਲਤਾ ਵੱਲ ਜਾਵੇਗਾ। ਕਿਉਂਕਿ ਜੇਕਰ ਅਸੀਂ ਹਿੰਸਾ ਵੀ ਕਰਾਂਗੇ, ਸਾਡੇ ਕੋਲ ਉਹ ਇੰਨੀ ਪਾਵਰ ਨਹੀਂ ਹੈਗੀ ਕਿ ਅਸੀਂ ਇੱਕ ਦੇਸ਼ ਦੀ ਜਿਹੜੀ ਐਡੀ ਸੁਰੱਖਿਆ ਵੱਲ ਹੈ, ਐਡੀ ਫੋਰਸ ਹੈ, ਉਹਦੇ ਨਾਲ ਅਸੀਂ ਨਹੀਂ ਲੜ ਸਕਦੇ। ਅਸੀਂ ਨਹੀਂ ਚਾਹੁੰਦੇ ਕਿ ਮਾਵਾਂ ਦੇ ਜਿਹੜੇ ਪੁੱਤ ਆ ਉਹ ਆਪਣੀਆਂ ਜਾਨਾਂ ਗਵਾਉਣ। ਤੁਸੀਂ ਕਿਵੇਂ ਵੇਖਦੇ ਹੋ ਇਸ ਘਟਨਾਕ੍ਰਮ ਨੂੰ? ਇਸ ਦੇ ਮੁੱਖ ਦੋਸ਼ੀ ਮੈਂ ਨਹੀਂ ਆਪਣੇ ਮੂੰਹੋਂ ਦੱਸਣਾ ਚਾਹੁੰਦਾ ਵੀ ਕੌਣ ਇਸ ਦੇ ਮੁੱਖ ਦੋਸ਼ੀ ਹੈ, ਇਹਨਾਂ ਘਟਨਾਵਾਂ ਦੇ ਪਿੱਛੇ ਕਿਸ ਦੀਆਂ ਸਾਜ਼ਿਸ਼ਾਂ ਨੇ, ਕਿਉਂ ਇਹ ਅੱਜ ਦੇ ਹਾਲਾਤ ਹੈ, ਅਜਿਹੇ ਹਾਲਾਤ ਬਣਾਉਣ ਦੇ ਪਿੱਛੇ ਕਿਸ ਦਾ ਹੱਥ ਹੈ, ਕਿਸ ਨੇ ਇਹ ਹਾਲਾਤ ਜਿਹੜਾ ਪੈਦਾ ਕੀਤੇ? ਕਿਉਂਕਿ 60 ਦਿਨ ਤੋਂ ਲਗਾਤਾਰ ਇਹ ਅੰਦੋਲਨ ਸ਼ਾਂਤੀ ਨਾਲ ਚੱਲ ਰਿਹਾ ਸੀ। 26 ਦੀ ਘਟਨਾਕ੍ਰਮ ਤੋਂ ਬਾਅਦ ਇੱਕ ਵੱਡਾ ਸਵਾਲ ਖੜਾ ਹੁੰਦਾ, ਭਾਰਤ ਦੇ ਲੋਕਾਂ ਦੇ ਵਿੱਚ ਮਾਨਸਿਕਤਾ ਤੌਰ ਤੇ ਇਸ ਅੰਦੋਲਨ ਦੇ ਪ੍ਰਤੀ ਨਫ਼ਰਤ ਖੜੀ ਕਰਨ ਵਾਲਾ ਕੌਣ ਹੈ? ਕੌਣ ਨੇ ਉਹ ਸ਼ਖਸ ਜਿਨ੍ਹਾਂ ਨੇ 26 ਦਾ ਘਟਨਾਕ੍ਰਮ ਨੂੰ ਅੰਜਾਮ ਦਿੱਤਾ? ਸਵਾਲ ਨੇ ਵੱਡੇ, ਖੁਦ ਨੂੰ ਵੀ ਪੁੱਛਣੇ ਪੈਣੇ ਆ, ਉਹਨਾਂ ਨੂੰ ਵੀ ਪੁੱਛਣੇ ਪੈਣੇ ਆ ਜਿਨ੍ਹਾਂ ਨੇ ਇਸ ਘਟਨਾਕ੍ਰਮ ਦੇ ਭਾਗੀਦਾਰ ਬਣੇ ਨੇ। ਕਿਉਂਕਿ ਇੱਕ ਮੌਕਾ ਦੇ ਦਿੱਤਾ ਗਿਆ, ਕਿਸੇ ਵੀ ਕਿਸਾਨ ਆਗੂ ਨੇ ਇਸ ਦਾ ਸਮਰਥਨ ਨਹੀਂ ਕੀਤਾ। ਇੱਕ ਮੌਕਾ ਦੇ ਦਿੱਤਾ ਗਿਆ ਸਰਕਾਰ ਨੂੰ। ਪਹਿਲਾਂ ਸਰਕਾਰ ਪੂਰੇ ਦਬਾਅ ਦੇ ਵਿੱਚ ਸੀ, ਸਰਕਾਰ ਕੋਲ ਕੋਈ ਮੌਕਾ ਨਹੀਂ ਸੀ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਖਾਲਸਾ ਜੀ, ਕਿੱਦਾਂ ਠੀਕ ਆ ਤੁਸੀਂ? ਹਾਂਜੀ, ਚੜ੍ਹਦੀ ਕਲਾ ਜੀ। ਹਾਂਜੀ ਖਾਲਸਾ ਜੀ, ਆ ਪਬਲਿਕ ਨੂੰ ਦੱਸ ਦਿਓ ਜਿਹੜੇ ਕਹਿੰਦੇ ਬਹੁਤ ਝੰਡਾ ਆ ਕੇ ਬਹੁਤ ਚੰਗੀ ਤਰ੍ਹਾਂ ਕੀਤਾ, ਤਾਂ ਹੁਣ ਉਹਦੀ ਡਾਂ ਖੱਤ ਰਹੀ ਆ ਪਾਸਾ ਦਾ 710। ਹਾਂਜੀ, ਡਾਂ ਚੱਕ ਕੇ ਮਾਰੀ ਜਾਂਦੇ, ਹੁੱਜਾਂ ਨਾਲ ਕੁੱਟਦੇ ਆ ਲੋਕਾਂ ਨੂੰ ਜੀ। ਉਹ ਇੱਕ 2 ਗਜ਼ ਦੀ ਲੀਡ ਜਲਦੀ ਨਿਸ਼ਾਨ ਸਾਹਿਬ ਨੇ ਸਾਡਾ ਆਹ ਕੰਮ ਕਰ ਦਿੱਤਾ ਜੀ। ਜਿੱਤਿਓ ਬਾਜੀ ਹਰਾਤੀ ਇੱਕ 2 ਬੰਦਿਆਂ ਦੇ ਨਾਲ। ਕਿਹੜੀ ਬੰਦੇ ਸਮਾਸ ਇੱਥੇ ਬਹੁਤ ਟੈਲੀਫੋਨ ਕਰੀ ਜਾਂਦੇ, ਹੁਣ ਮਾਲਕ ਦੱਸਦੇ ਵੀ ਹੁਣ ਜਾਓ ਉੱਥੇ ਨੂੰ ਜੀ। ਤੁਹਾਨੂੰ ਕੀ ਲੱਗਦਾ ਕਿ ਬਸ ਠੀਕ ਹੈ, ਇੰਨੀ ਗੱਲ ਕਰਨੀ ਹੈ, ਮੈਨੂੰ ਤਾਂ ਗੁੱਸਾ ਇਦਾਂ ਧਰਨਾ ਦਿੱਤਾ ਉਦਾਂ ਮੈਂ ਦੇਖਦਾ, ਮੈਨੂੰ ਪਤਾ ਨਹੀਂ ਗਾ ਲੋਕਾਂ ਨੂੰ ਪਾਸੋਂ ਕਿੱਦਾਂ ਕੀਤੀਆਂ ਉਹ ਨਿਸ਼ਾਨ ਸਾਹਿਬ ਨੇ ਕਮਾਲੇ ਕਰ ਦਿੱਤੀ ਜੀ। ਨਾਲੇ ਤੁਸੀਂ ਲਾ ਕੇ ਪੈਰਾਂ ਚ ਰੋਕਿਆ, ਨਾਲੇ ਨਿਸ਼ਾਨ ਸਾਹਿਬ ਨਾਲ ਕੀ ਜੱਤਣਾ ਜਾਂ ਕੋਟ ਖਾਦੀ ਵਾਧੂ ਦੀ ਜੀ। ਗਵਾਂਢੀ ਦੇਖੀ ਮੁਰਗੇ ਜਾਂਦੇ ਸਰਦਾਰਾਂ ਦੀ 5 ਜਣਿਆਂ ਦੀ ਉਹ ਰੋਂਦੇ ਜਾਣ, ਕਹਿੰਦੇ ਯਾਰ ਸਾਡਾ ਸ਼ਰਾਬੀ ਸਰਕਾਰ ਨੇ ਸਾਡੀ ਜਿਹੜੀ ਹੁਣ ਸਾਡੀ ਜਿਹੜੀ ਬਣਾਈ ਸੀ ਜ਼ਿਮੀਂਦਾਰਾਂ ਨੂੰ ਉਹ ਫੇਰ ਸਾਡੀ ਪੈਰਾਂ ਚ ਰੋਲ ਦਿੱਤੀ ਆਹ ਸਾਡੇ 3 ਬੰਦਿਆਂ ਜੀ। ਬਸ ਮੈਂ ਇੰਨੀ ਗੱਲ ਕਰਨੀ ਬਸ ਠੀਕ ਆ। ਬਾਕੀ ਅੱਜ ਦੇ ਟੈਲੀਫੋਨ 5 ਦਿਨਾਂ ਦੇ ਕਰਦੇ 3 ਦੇ ਪਲੱਸ ਦੇ ਸਫਾਈ ਕਰੀ ਬਹੁਤ ਬਹਿ ਜਾ ਖੁਸ਼ੀ ਬਹੁਤ ਹੋ ਰਹੀ ਆ, ਹੁਣ ਖੁਸ਼ੀ ਦਾ ਪਤਾ ਲੱਗ ਗਿਆ ਜੀ। ਬਸ ਠੀਕ ਆ, ਬਸ ਇੰਨੀ ਗੱਲ ਕਰਨੀ, ਮੈਂ ਤਾਂ ਉਦਾਂ ਗੁੱਸੇ ਦਾ ਭਰਿਆ ਵਾਂ ਜੀ। ਧੰਨਵਾਦ। ਚਿੰਤਾ ਜਿਹੜੀ ਆ ਉਹ ਵਾਜਿਬ ਆ, ਕਿਉਂਕਿ ਇੱਕ ਜੇ ਗੰਭੀਰ ਰੂਪ ਦੇ ਵਿੱਚ ਵੇਖਿਆ ਜਾਵੇ ਤਾਂ 47 ਤੋਂ ਬਾਅਦ 84
84 ਤੇ 47 ਨੇ ਜਿਹੜਾ ਨੁਕਸਾਨ ਪੰਜਾਬ ਦਾ ਕੀਤਾ ਉਹਦੀ ਜਿਹੜੀ ਭਰਪਾਈ ਹੈ ਉਹ ਅੱਜ ਤੱਕ ਨਹੀਂ ਹੋਈ। ਅੱਜ ਜਿਸ ਹਾਲਾਤ ਤੇ ਜਿਸ ਮੋੜ ਤੇ ਅਸੀਂ ਆ ਕੇ ਖੜੇ ਹਾਂ, ਬਹੁਤ ਹੀ ਸ਼ਬਦ ਨਹੀਂ ਮਿਲ ਰਹੇ ਕਿ ਅਜਿਹੀ ਜਿਹੜੀ ਘਟਨਾ ਇਹਦੇ ਬਾਰੇ ਅਸੀਂ ਹੁਣ ਕਹੀਏ। ਕਿਸਾਨ ਆਗੂਆਂ ਵੱਲੋਂ ਤਾਂ ਬਾਰ-ਬਾਰ ਇਹ ਅਪੀਲ ਕੀਤੀ ਜਾਂਦੀ ਸੀ ਕਿ ਸੰਜਮ, ਸਹਿਜ, ਨਿਮਰਤਾ ਦਿਖਾਓ। ਸਵਾਲ ਵੱਡੇ ਆਪਣੇ ਆਪ ਦੇ ਵਿੱਚ ਇਸ ਵੇਲੇ ਖੜੇ ਹੋ ਰਹੇ ਨੇ। ਜਿਹੜੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇੱਕ ਮੌਕਾ ਮਿਲਿਆ, ਉਹਦੇ ਵਿੱਚ ਸਭ ਤੋਂ ਵੱਡੀ ਗੱਲ, ਜਿਵੇਂ ਸਾਡੇ ਕਾਲਰ ਨੇ, ਹਾਂਜੀ ਸਵਾਗਤ ਹੈ ਜੀ। ਹੈਲੋ ਜੀ, ਹਾਂਜੀ ਸਵਾਗਤ ਹੈ ਜੀ। ਕੀ ਕਹਿਣਾ ਚਾਹੋਗੇ? ਬਾਦਸ਼ਾਹ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੋਗਲ ਜੀ। ਹਾਂਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਤੁਹਾਨੂੰ ਦੇਖ ਰਿਹਾ ਅਪਡੇਟ ਤੁਹਾਨੂੰ ਦੇ ਦਿੱਤੀ। ਕੀ ਕਹਿਣਾ ਚਾਹੋਗੇ ਅਪਡੇਟ ਤੇ ਜੀ? ਦੇਖੋ ਸਾਹਿਬ, ਹੁਣ ਜਿਹੜੀ ਸਿਚੁਏਸ਼ਨ ਹੁਣ ਬਣੀ ਹੈ ਨਾ, ਹਾਂਜੀ, ਹੁਣ ਆਪਾਂ ਏਦਾਂ ਕਹਿੰਦੇ, ਆਪਾਂ ਇਸ ਸਿਚੁਏਸ਼ਨ ਨੂੰ ਏਦਾਂ ਕਹਿੰਦੇ ਹੁੰਦੇ ਆ ਕਿ ਜਿੰਨੇ ਮੂੰਹ ਤੇ ਹੁੰਦੀਆਂ ਗੱਲਾਂ, ਹਾਂਜੀ, ਕੋਈ ਉਂਗਲੀ ਕਿਸੇ ਵੱਲ ਜਾਣੀ ਆ, ਕੋਈ ਉਂਗਲੀ ਕਿਸੇ ਵੱਲ ਜਾਣੀ ਆ, ਕਿਸੇ ਨੇ ਕੁਝ ਕਹਿਣਾ, ਕਿਸੇ ਨੇ ਕੁਝ ਕਹਿਣਾ, ਹਾਂਜੀ, ਕਿਸੇ ਨੇ ਕੁਝ ਕਰਾਉਣਾ, ਕਿਸੇ ਨੇ ਕੁਝ ਕਰਨਾ। ਹੁਣ ਇਹ ਸਿਚੁਏਸ਼ਨ ਬਣੀ ਪਈ ਆ। ਕਿਸੇ ਮੁਲਕ ਦੇ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਆ ਸਾਹਿਬ, ਹਾਂਜੀ, ਜਦੋਂ ਸਮੱਸਿਆ ਪੈਦਾ ਹੁੰਦੀ ਆ ਤਾਂ ਇਹ ਜਿਹੜਾ ਨਤੀਜਾ ਹੁੰਦਾ ਨਾ, ਉਹਦਾ ਨਤੀਜਾ ਬਾਅਦ ਵਿੱਚ ਆਉਂਦਾ। ਪਹਿਲਾਂ ਦੇਖਣਾ ਇਹ ਪੈਂਦਾ ਕਿ ਇਹਦੀ ਜੜ ਕੀ ਆ। ਹਾਂਜੀ, ਸਮੱਸਿਆ ਉਹਦੀ ਕੋਈ ਵੀ ਸਮੱਸਿਆ ਕਿਸੇ ਮੁਲਕ ਵਿੱਚ ਨਹੀਂ ਹੋਵੇ, ਉਹਦੀ ਜੜ ਕੀ ਆ, ਉਹਦਾ ਮੂਲ ਕੀ ਆ, ਉਹਦਾ ਮੁੱਢ ਕੀ ਆ। ਅੱਜ ਦੀ ਸਮੱਸਿਆ ਪੰਜਾਬ ਆਪਣੇ ਘਰ ਦੇ ਵਿੱਚ ਹੋਈ ਆ, ਇਹਦੀ ਤੁਸੀਂ ਜੜ ਦੇਖੋ ਕੀ ਜੜ ਕੀ ਆ। ਜੜ ਇਹ ਆ ਜਦੋਂ ਸੈਂਟਰ ਨੂੰ, ਸਰਕਾਰ ਨੂੰ ਜਦੋਂ ਅਧਿਕਾਰ ਕਾਲੇ ਕਾਨੂੰਨ ਬਣਾਉਣ ਦਾ, ਤੇ ਇਹ ਜ਼ਬਰਦਸਤੀ ਕਿਉਂ ਲੈ ਕੇ ਆਏ ਆ? ਕਿਉਂ ਜਿਹੜਾ ਸੂਬਿਆਂ ਦਾ ਕੰਮ ਆ, ਸੂਬਿਆਂ ਦਾ ਕਿਉਂ ਨਹੀਂ ਰਹਿਣ ਦਿੱਤਾ ਜੀ? ਨੰਬਰ 1 ਹੈ ਨਾ ਜੀ, ਉਹ ਕਾਲੇ ਕਾਨੂੰਨ ਉਹ ਮਰਜ਼ੀ ਦੇ ਨਾ ਜਾਣ ਦਾ ਹੱਕ ਨੇ, ਉਹਦਾ ਅਧਿਕਾਰ ਨੇ, ਕਿਉਂ ਲੈ ਕੇ ਆਏ ਨੇ? ਮੈਂ ਤੁਹਾਨੂੰ ਦੱਸਦਾ ਕਿਉਂ ਲੈ ਕੇ ਆਏ ਨੇ। ਕਿਉਂਕਿ ਆਪਾਂ ਮੁੱਢ ਦੀ ਗੱਲ ਕਰਦੇ ਆ ਵੀ ਜੜ ਵੱਲ ਜਾਈਏ। ਕਿਉਂ ਹੋਇਆ ਸਾਰਾ ਕੁਝ? ਇਹ ਬਿਲਕੁਲ ਨਹੀਂ ਸੀ ਹੋਣਾ ਜੋ ਆਪ ਹੋਇਆ। ਇਹ ਹੋਇਆ ਇਸ ਕਰਕੇ ਆ ਕਿਉਂਕਿ ਉਹ ਕਾਲੇ ਕਾਨੂੰਨ ਲੈ ਕੇ ਆਏ ਆ, ਲੈ ਕੇ ਉਸ ਵੇਲੇ ਆਏ ਜਦੋਂ ਮਹਾਮਾਰੀ ਦਾ ਦੌਰ ਚੱਲ ਰਿਹਾ, ਤੇ ਲੈ ਕੇ ਉਸ ਵੇਲੇ ਆਇਆ, ਤੇ ਲੈ ਕੇ ਤਾਂ ਉਸ ਵੇਲੇ ਆਇਆ ਤੇ ਮਹਾਮਾਰੀ ਦਾ ਦੌਰ ਚੱਲ ਰਿਹਾ। ਅੰਦਰ ਬੇਈਮਾਨੀ ਸੀਗੀ, ਨਾ ਕਿਸੇ ਨੇ ਡਰਦੇ ਨੇ ਬਾਹਰ ਆਉਣਾ ਤੇ ਨਾ ਕਿਸੇ ਨੇ ਬੋਲਣਾ, ਤੇ ਸਾਡਾ ਜਿਹੜਾ ਮਕਸਦ ਆ ਉਹ ਪੂਰਾ ਹੋ ਜਾਣਾ, ਪਰ ਉਹ ਪੂਰਾ ਨਹੀਂ ਹੋਇਆ ਕਿਉਂਕਿ ਇਹਨਾਂ ਨੂੰ ਇਹ ਨਹੀਂ ਸੀ ਸਮਝ ਕੇ ਸਾਡੇ ਉੱਪਰ ਵੀ ਕੋਈ ਬੈਠਾ ਦੇਖ ਰਿਹਾ, ਸਾਨੂੰ ਸਾਡੀਆਂ ਗਲਤੀਆਂ ਦੇਖ ਰਿਹਾ, ਸਾਡੀਆਂ ਬੇਈਮਾਨੀਆਂ ਦੇਖ ਰਿਹਾ। ਤੇ ਜੇ ਹੁਣ ਇਹਦਾ ਸਬੂਤ ਇਹ ਆ ਬਲ ਸਾਹਿਬ ਕਿ ਇਹਨਾਂ ਬੇਈਮਾਨੀ ਸੀ ਤਾਂ ਲੈ ਕੇ ਆਏ ਆ ਮਹਾਮਾਰੀ ਦੇ ਵਿੱਚ। ਇਹਦਾ ਸਬੂਤ ਇਹ ਆ ਕਿ ਜੇ ਹੁਣ ਕਹਿੰਦੇ ਉਹਦਾ ਸਬੂਤ ਇਹ ਆ, ਹੁਣ ਕਹਿੰਦੇ ਕਿ 2 ਸਾਲ ਲਈ ਸਸਪੈਂਡ ਕਰ ਲਈਏ, 2 ਸਾਲ ਲਈ ਜਿਹੜਾ ਸਸਪੈਂਡ ਹੋ ਸਕਦਾ ਆ, ਇਹਦਾ ਮਤਲਬ ਉਹਦੀ ਕਾਹਲੀ ਨਹੀਂ ਹੁੰਦੀ। ਫਿਰ ਉਦੋਂ ਕਿਉਂ ਲੈ ਕੇ ਆਏ ਆ? ਹਾਂਜੀ, ਕਿਉਂ ਲੈ ਕੇ ਆਏ ਆ? ਇਹ ਪਤਾ ਲੱਗ ਗਿਆ ਨਾ ਵੀ ਇਹ ਬੇਈਮਾਨੀ ਸੀ, ਬੇਈਮਾਨੀ ਨਾਲ ਇਹਨਾਂ ਨੇ ਸਾਰਾ ਕੁਝ ਕੀਤਾ। ਇਹਦਾ ਜਿਹੜੇ ਜ਼ਿੰਮੇਵਾਰ ਨੇ ਉਹ ਸਰਕਾਰ, ਮੋਦੀ ਸਰਕਾਰ ਵਾ, ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ, ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਦੂਸਰਾ ਇਹ ਆ ਆਪਣੇ ਬਾਲ ਸਾਹਿਬ, ਆਮ ਆਪਾਂ ਮੰਨਦੇ ਵੀ ਹੈ ਵੀ ਏਦਾਂ ਹੀ ਆ ਤੇ ਰਾਜਾ ਜਿਹੜਾ ਹੁੰਦਾ ਉਹ ਪ੍ਰਜਾ ਦਾ ਮਾਈ ਬਾਪ ਹੁੰਦਾ, ਤੇ ਜਦੋਂ ਰਾਜਾ ਪ੍ਰਜਾ ਦਾ ਮਾਈ ਬਾਪ ਹੁੰਦਾ ਉਸ ਮੁਲਕ ਦੇ ਵਿੱਚ ਖੁਸ਼ਹਾਲੀ ਹੁੰਦੀ ਆ, ਉਹਦੇ ਵਿੱਚ ਤਰੱਕੀ ਹੁੰਦੀ ਆ, ਉੱਥੇ ਵਿਕਾਸ ਹੁੰਦਾ। ਤੇ ਜਦੋਂ ਮਾਈ ਬਾਪ ਦਾ ਰੋਲ ਛੱਡ ਕੇ ਮਤਰੇਈ ਮਾਂ ਦਾ ਰੋਲ ਨਿਭਾਉਂਦਾ ਤੇ ਉੱਥੇ ਆਹ ਕੁਛ ਹੁੰਦਾ ਜੋ ਅੱਜ ਹੋ ਰਿਹਾ ਜੀ। ਭੋਗਲ ਸਾਹਿਬ ਜਿਹੜੀ 26 ਦਾ ਘਟਨਾਕ੍ਰਮ ਆ ਉਹਦੇ ਵਿੱਚ ਤੁਸੀਂ ਦੋਸ਼ੀ ਕਿਹਨੂੰ ਠਹਿਰਾਉਂਦੇ ਹੋ? ਜੀ ਸਰਕਾਰ ਹੀ, ਮੈਂ ਤਾਂ ਕਹਿੰਦਾ ਜੇ ਸਰਕਾਰ ਇਹ ਕਾਲੇ ਕਾਨੂੰਨ ਨਾ ਲੈ ਕੇ ਆਉਂਦੀ ਆ ਹੋਣੇ ਨਹੀਂ ਸੀਗਾ। ਕਾਲੇ ਕਾਨੂੰਨ ਲੈ ਕੇ ਆਏ ਆ ਤੇ ਕਿਸਾਨ ਪੰਜਾਬ ਤੋਂ ਸ਼ੁਰੂ ਹੋਇਆ, ਬਾਕੀ ਦੇ ਸੂਬੇ ਨਾਲ ਇਕੱਠੇ ਹੋ ਗਏ ਨੇ, ਜੁੜ ਗਏ ਨੇ, ਦਿੱਲੀ ਬੈਠ ਗਏ ਨੇ। ਮੈਂ ਤਾਂ ਤੁਹਾਨੂੰ ਦੱਸ ਕੇ ਸਮਝਾ ਕੇ ਹਟਿਆ ਤੇ ਜੜ ਦੇਖੋ ਕੀ ਆ। ਜੇ ਇਹ ਕਰਦੇ ਹੀ ਨਾ ਤੇ ਕਰਦੇ ਨਾ ਤੇ ਕੁਝ ਵੀ ਨਹੀਂ ਸੀ ਹੋਣਾ। ਇਹ ਕੀਤਾ ਕਿਹਨੇ? ਸਰਕਾਰ ਨੇ ਕੀਤਾ। ਤੇ ਫਿਰ ਜ਼ਿੰਮੇਵਾਰੀ ਤੁਸੀਂ ਕਹਿੰਦੇ ਜ਼ਿੰਮੇਵਾਰ ਕੌਣ ਆ? ਹੁਣ ਸਪਸ਼ਟ ਹੋ ਨਹੀਂ ਗਿਆ ਜ਼ਿੰਮੇਵਾਰ ਕੌਣ ਆ। ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੰਵੇਦਨਸ਼ੀਲ ਮੁੱਦੇ ਨੂੰ ਇੰਨਾ ਲੰਬਾ ਕਿਉਂ ਲਟਕਾਇਆ ਗਿਆ? ਇਸੇ ਕਰਕੇ ਕਿਉਂਕਿ ਅੰਦਰ ਬੇਈਮਾਨੀ ਸੀ, ਅੰਦਰ ਬੇਈਮਾਨੀ, ਮੈਂ ਕਹਿੰਦਾ ਅੰਦਰ ਬੇਈਮਾਨੀ ਸੀ।
ਇਹ ਮਹਾਮਾਰੀ ਦਾ ਦੌਰ ਚੱਲ ਰਿਹਾ ਉਸ ਵਿੱਚ ਕਾਲੇ ਕਾਨੂੰਨ ਜੀ ਭੋਗਲ ਸਾਹਿਬ ਤੁਸੀਂ ਨੁਕਤੇ ਨਾਲ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਸਮਝਾਈ ਹੈ। ਸਾਡਾ ਜਿਹੜਾ ਸਮਾਂ ਸਮਾਪਤ ਹੋ ਚੁੱਕਾ। ਤੁਸੀਂ ਆਉਣ ਵਾਲੇ ਦਿਨ 'ਚ ਸਾਡੇ ਨਾਲ ਜਿਹੜੀ ਗੱਲ ਹੈ ਇਹਨੂੰ ਆਪਾਂ ਵਿਸਤਾਰ ਨਾਲ ਖੋਲਾਂਗੇ ਤੇ ਹਾਲਾਤ ਕੀ ਹੋਣਗੇ ਉਸ ਤੇ ਗੱਲ ਕਰਾਂਗੇ। ਧੰਨਵਾਦ। ਜਿਵੇਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਵੇਂ ਸਾਡੇ ਦਰਸ਼ਕ ਭੋਗਲ ਸਾਹਿਬ ਜੀ ਨੇ ਇਹ ਵੀ ਸਵਾਲ ਉੱਠੇ ਨੇ ਕਿ ਜਿਹੜਾ ਇਹ ਵਰਤਾਰਾ ਵਰਤ ਰਿਹਾ ਕਿ ਕੇਂਦਰ ਸਰਕਾਰ ਇਸ ਦੀ ਜ਼ਿੰਮੇਵਾਰ ਨਹੀਂ ਹੈਗੀ, ਕਿ ਦਿੱਲੀ ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ ਉਹਦੀ ਕੇਂਦਰ ਸਰਕਾਰ ਤੇ ਵੀ ਇਹ ਸਵਾਲ ਉੱਠਦੇ ਨੇ ਕਿ ਦੇਸ਼ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਵਰਤਾਰਾ ਉਹਦੀ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਅੱਜ ਦਾ ਜਿਹੜਾ ਇਹ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਖਿਮਾ ਦੇ ਜਾਚਕ ਹਾਂ ਜੀ। ਅੱਗੇ ਕੀ ਹੋਵੇਗਾ? ਅਕਾਲ ਪੁਰਖ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਸਾਰਾ ਸ਼ਾਂਤੀ ਜਿਹੜਾ ਮਸਲਾ ਉਹ ਸ਼ਾਂਤੀ ਨਾਲ ਰਹੇ। ਅੱਗੇ ਕੀ ਹੋਵੇਗਾ ਅਪਡੇਟ 'ਚ ਤੁਹਾਨੂੰ ਦੱਸਾਂਗੇ ਅਗਲੇ ਪ੍ਰੋਗਰਾਮ 'ਚ। ਖਿਮਾ ਦੇ ਜਾਚਕਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।